ਸਤਨਾਮ ਵਾਹਿਗੁਰੂ ਜੀ। ਸਤਨਾਮ ਵਾਹਿਗੁਰੂ ਜੀ। ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਇ ਲੇਖ ਪਏ। ਜਿਉ ਜਿਉ ਕਿਰਤ ਚਲਾਏ ਤਿਉ ਚੱਲੀਐ, ਤੋ ਗੁਣ ਨਾਹੀ ਅੰਤ ਹਰੇ। ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ। ਜਾਲੀ ਰੈਨ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਤੇਤੀ। ਰਸ ਰਸ ਚੋਗ ਚੁਗਹਿ ਨਿਤ ਫਾਸੇ, ਛੂਟਸ ਮੂੜੇ ਕਵਨ ਗੁਣੀ। ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ। ਕੋਇਲੇ ਪਾਪ ਪੜੇ ਤਿਸੀ ਉਪਰ, ਮਨ ਜਲਿਆ ਸੰਨੀ ਚਿੰਤ ਪਈ। ਭਇਆ ਮਨੂਰ ਕੰਚਨ ਫਿਰ ਹੋਵੈ, ਜੇ ਗੁਰ ਮਿਲੈ ਤਨੇਹਾ। ਏਕ ਨਾਮ ਅੰਮ੍ਰਿਤ ਉਹ ਦੇਵੈ, ਤੋ ਨਾਨਕ ਤ੍ਰਿਸ਼ਟਸ ਦੇਹਾ। ਡੰਡੋਤ ਬੰਧਨ ਅਨੰਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਕਨ ਹਰ ਬੂੰਦ ਬਸ ਰੋਮਾਵਲ, ਕੁਸਮ ਬਸੰਤ ਗਨੰਤ ਨ ਆਵੈ। ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭਲ ਉਨਹਿ ਜੋ ਗਾਵੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤੁਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਵਾਹਿਗੁਰੂ ਜੀ। ਗਉੜੀ ਮਹੱਲਾ ਪੰਜਵਾ। ਕਰ ਕਰ ਟਹਿਲ ਰਸਨਾ ਗੁਣ ਗਾਵੋ, ਚਰਨ ਠਾਕੁਰ ਕੈ ਮਾਰਗ ਧਾਵੋ। ਭਲੋ ਸਮੋ ਸਿਮਰਨ ਕੀ ਬਰੀਆ, ਸਿਮਰਤ ਨਾਮ ਭੈ ਪਾਰ ਉਤਰੀਆ। ਰਹਾਉ ਨੇਤਰ ਸੰਤਨ ਕਾ ਦਰਸ਼ਨ ਪੇਖ, ਪ੍ਰਭ ਅਵਨਾਸੀ ਮਨ ਮਹਿ ਲੇਖ। ਸੁਨ ਕੀਰਤਨ ਸਾਧ ਪਹਿ ਜਾਏ, ਜਨਮ ਮਰਨ ਕੀ ਤਰਾਸ ਮਿਟਾਏ। ਚਰਨ ਕਮਲ ਠਾਕੁਰ ਉਰ ਧਾਰ,
ਦੁਲੱਭ ਦੇਹ ਨਾਨਕ ਨਿਸਤਾਰ। ਚਰਨ ਕਮਲ ਠਾਕੁਰ ਉਰ ਧਾਰ। ਦੁਲੱਭ ਦੇਹ ਨਾਨਕ ਨਿਸਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਚਤਰ ਤਖਤ ਸਿੰਘਾਸਨ ਦੇ ਮਾਲਕ, ਗੁਰਤਾ ਗੱਦੀ ਤੇ ਸੁਭਾਈਮਾਨ, ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਵਿੱਚ ਸੁੰਦਰ ਦੀਵਾਨ ਸਜ ਰਹੇ ਨੇ। ਸਜੇ ਹੋਏ ਦੀਵਾਨਾਂ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਜਾਪ, ਸੋਦਰ ਰਹਿਰਾਸ ਸਾਹਿਬ ਜੀ ਦੀ ਬਾਣੀ ਦਾ ਨਿਤਨੇਮ, ਉਪਰੰਤ ਰਾਗੀ ਜਥੇ ਪਾਸੋਂ ਗੁਰਬਾਣੀ ਦੇ ਰਸ ਭਿੰਨੇ ਸ਼ਬਦ ਕੀਰਤਨ, ਆਪ ਸੰਗਤਾਂ ਨੇ ਸੰਗਤੀ ਰੂਪ ਵਿੱਚ ਬੈਠ ਕੇ ਅੰਮ੍ਰਿਤਮਈ ਬਾਣੀ ਨੂੰ ਸੁਣ ਕੇ ਮਨੁੱਖਾ ਜਨਮ ਦੀਆਂ ਕੁਝ ਘੜੀਆਂ, ਕੁਝ ਸਵਾਸਾਂ ਨੂੰ ਗੁਰੂ ਲੇਖੇ ਲਾ ਕੇ ਗੁਰੂ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕੀਤਾ ਹੈ। ਆਓ ਹੁਣ ਕੁਝ ਸਮੇਂ ਲਈ ਮਨ ਚਿੱਤ ਬਿਰਤੀ ਨੂੰ ਇਕਾਗਰ ਕਰਕੇ ਲੜੀਵਾਰ ਗੁਰ ਸ਼ਬਦ ਵਿਚਾਰ ਸ਼ਰਵਣ ਕਰੀਏ। ਜਿਵੇਂ ਸਤਿਗੁਰੂ ਜੀ ਕਿਰਪਾ ਕਰਕੇ ਮਨ ਬੁੱਧ ਰਸਨਾ ਤੇ ਵਸ ਕੇ ਆਪ ਵਿੱਚ ਵਰਤ ਕੇ ਸ਼ਬਦ ਰਾਹੀਂ ਸੋਝੀ ਬਖਸ਼ਣਗੇ, ਗਿਆਨ ਬਖਸ਼ਣਗੇ, ਤਿਵੇਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਸ਼ਬਦ ਵਿਚਾਰ ਨੂੰ ਸ਼ਰਵਣ ਕਰੀਏ ਜੀ। ਗੌੜੀ ਮਹੱਲਾ ਪੰਜਵਾ। ਕਰ ਕਰ ਟਹਿਲ ਰਸਨਾ ਗੁਣ ਗਾਵੋ, ਚਰਨ ਠਾਕੁਰ ਕੈ ਮਾਰਗ ਧਾਵੋ। ਗੌੜੀ ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ, ਬਾਣੀ ਦੇ ਰਚਨਹਾਰ, ਕਲਯੁਗ ਦੇ ਜਹਾਜ਼ ਸਾਹਿਬ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜਵੇਂ ਸਰੂਪ ਕਿਰਪਾ ਕਰਕੇ ਉਪਦੇਸ਼ ਬਖਸ਼ ਰਹੇ ਹਨ। ਸਤਿਗੁਰੂ ਜੀ ਸਮਝਾ ਰਹੇ ਨੇ ਕਿ ਭਾਈ ਜੋ ਇਹ ਮਨੁੱਖਾ ਸਰੀਰ ਮਿਲਿਆ ਹੈ, ਇਹ ਮਨੁੱਖਾ ਸਰੀਰ ਇੱਕ ਦੁਰਲੱਭ ਵਸਤੂ ਅਕਾਲ ਪੁਰਖ ਵਾਹਿਗੁਰੂ ਨੇ ਦਿੱਤੀ ਹੈ। ਇਹ ਸਰੀਰ ਬਖਸ਼ਿਆ ਹੈ। ਇਹ ਸਰੀਰ ਸਫਲਾ ਤਾਂ ਹੋ ਸਕਦਾ ਹੈ ਜੇਕਰ ਮਨੁੱਖ ਆਪਣੇ ਹੱਥਾਂ ਦੇ ਨਾਲ ਗੁਰੂ ਦੀ ਸੇਵਾ ਕਰੇ, ਸੰਗਤ ਦੀ ਸੇਵਾ ਕਰੇ। ਜੇਕਰ ਇਹ ਮਨੁੱਖ ਆਪਣੇ ਪੈਰਾਂ ਦੇ ਨਾਲ ਚੱਲ ਕੇ ਗੁਰੂ ਦੀ ਸੰਗਤ ਵਿੱਚ ਆਵੇ, ਆਪਣੇ ਪੈਰਾਂ ਦੇ ਨਾਲ ਚੱਲ ਕੇ ਧਾਰਮਿਕ ਯਾਤਰਾ ਕਰੇ, ਧਾਰਮਿਕ ਸਥਾਨਾਂ ਤੇ ਜਾਵੇ, ਤਾਂ ਇਹ ਮਨੁੱਖ ਦਾ ਜੋ ਸਰੀਰ ਇਹ ਸਫਲਾ ਹੁੰਦਾ ਹੈ। ਕਰ ਕਰ ਟਹਿਲ ਰਸਨਾ ਗੁਣ ਗਾਵੋ। ਹੱਥਾਂ ਦੇ ਨਾਲ ਗੁਰੂ ਦੀ ਸੇਵਾ ਕਰਨੀ, ਜੀਭ ਦੇ ਨਾਲ, ਜ਼ੁਬਾਨ ਦੇ ਨਾਲ ਸਿਮਰਨ ਕਰਨਾ, ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਣੇ, ਉਸ ਨੂੰ ਯਾਦ ਕਰਨਾ। ਜੋ ਅੱਜ ਤੀਸਰੇ ਪਾਤਸ਼ਾਹ ਸਾਹਿਬ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ, ਇਹਨਾਂ ਦਾ ਅਵਤਾਰ ਸਮਾਂ ਪ੍ਰਕਾਸ਼ ਦਿਹਾੜਾ ਵੀ ਹੈ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਅਵਤਾਰ 5 ਮਈ 1479 ਸਨ ਨੂੰ ਮਾਤਾ ਲਖੋ ਜੀ, ਇਤਿਹਾਸ ਦੇ ਵਿੱਚ ਮਾਤਾ ਲక్ష్ਮੀ ਵੀ ਨਾਮ ਆਇਆ ਹੈ, ਪਿਤਾ ਤੇਜਭਾਨ ਜੀ ਦੇ ਗ੍ਰਹਿ ਵਿਖੇ ਹੋਇਆ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਜੋ ਜ਼ਿੰਦਗੀ ਦਾ ਸਮਾਂ ਹੈ, ਜਿਤਨਾ ਸਮਾਂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਦੇ ਵਿੱਚ ਨਹੀਂ ਆਏ, ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਆਉਣ ਤੋਂ ਜੋ ਪਹਿਲਾ ਸਮਾਂ ਹੈ, ਘਰ ਦੇ ਵਿੱਚ ਜਿਵੇਂ ਬੱਚੇ ਹੁੰਦੇ ਨੇ ਖੇਡ ਕੇ
ਛੋਟੀ ਬਾਲਕਾਂ ਵਾਲੀ ਉਮਰ ਬਤੀਤ ਹੁੰਦੀ, ਇਸ ਤਰ੍ਹਾਂ ਉਮਰ ਬਤੀਤ ਹੁੰਦੀ ਹੈ। ਜੇ ਸਮੇਂ ਜਵਾਨ ਹੁੰਦੇ ਨੇ, ਸਾਹਿਬ ਸ੍ਰੀ ਗੁਰੂ ਅਮਰਦਾਸ ਜੀ 4 ਭਰਾ ਸਨ। ਇੱਕ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ 3 ਭਰਾ ਇਹਨਾਂ ਦੇ ਹੋਰ ਸਨ। ਸੋ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਘਰ ਦੇ ਵਿੱਚ ਰਹਿ ਰਹੇ ਸਨ। ਜਦੋਂ ਜਵਾਨ ਹੋਏ, ਇਹਨਾਂ ਦੇ ਪਿਤਾ ਬਾਬਾ ਤੇਜਭਾਨ ਜੀ ਨੇ ਜੋ ਕੰਮ ਸੀ ਆਪਣੇ 4 ਪੁੱਤਰਾਂ ਨੂੰ ਸੌਂਪ ਦਿੱਤਾ, ਵੰਡ ਦਿੱਤਾ। ਕੋਈ ਖੇਤੀ ਦਾ ਕਿਰਤ ਕਰਨ ਲੱਗ ਪਿਆ। ਇੱਕ ਹੱਟੀ ਸੀ ਦੁਕਾਨ, ਇੱਕ ਹੱਟੀ ਨੂੰ ਚਲਾਉਣ ਲੱਗ ਪਏ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ। ਦੁਕਾਨ ਚਲਾਉਣ ਦਾ, ਹੱਟੀ ਚਲਾਉਣ ਦਾ ਜੋ ਕੰਮ ਹੈ, ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੂੰ ਦੇ ਦਿੱਤਾ ਗਿਆ। ਤੇ ਸਮਾਂ ਪਾ ਕੇ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਪਿਤਾ ਜੀ ਸਨ ਬਾਬਾ ਤੇਜਭਾਨ ਜੀ, ਉਹ ਅਕਾਲ ਚਲਾਣਾ ਕਰ ਗਏ, ਸਰੀਰ ਨੂੰ ਤਿਆਗ ਗਏ। ਇਹ ਜੋ ਬਚਨ ਹਨ ਬੰਸਾਵਲੀ ਨਾਮੇ ਦੇ ਵਿੱਚ ਲਿਖੇ ਹੋਏ ਨੇ, ਉਸ ਦੇ ਅਨੁਸਾਰ ਹੈ। ਜੇ ਸਮੇਂ ਸਰੀਰ ਨੂੰ ਤਿਆਗ ਗਏ, ਉਸ ਸਮੇਂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ ਤੇ ਹੋਰ ਰਿਸ਼ਤੇਦਾਰਾਂ ਨੇ ਮਿਲ ਕੇ ਬਾਬਾ ਤੇਜਭਾਨ ਜੀ ਦੇ ਸਰੀਰ ਦਾ ਸੰਸਕਾਰ ਕੀਤਾ। ਸੰਸਕਾਰ ਕਰਨ ਤੋਂ ਬਾਅਦ ਜੋ ਸਰੀਰ ਦੀ ਸਵਾਹ ਹੈ, ਹਸਤੀਆਂ ਨੇ, ਉਹਨਾਂ ਨੂੰ ਆਪਣੇ ਨਾਲ ਲੈ ਕੇ ਹਰਿਦੁਆਰ ਗਏ। ਉੱਥੇ ਜਲ ਦੇ ਵਿੱਚ ਪ੍ਰਵਾਹ ਕੀਤਾ। ਉਪਰੰਤ ਵਾਪਸ ਘਰ ਦੇ ਵਿੱਚ ਆ ਗਏ। ਥੋੜਾ ਸਮਾਂ ਹੋਰ ਬਤੀਤ ਹੋਇਆ। ਮਨ ਦੇ ਵਿੱਚ ਸੋਚਦੇ ਨੇ ਕਿ ਜ਼ਿੰਦਗੀ ਦਾ ਜੋ ਸਮਾਂ ਹੈ, ਇਸੇ ਤਰ੍ਹਾਂ ਵਿਅਰਥ ਬਤੀਤ ਹੁੰਦਾ ਜਾ ਰਿਹਾ ਹੈ। ਕੋਈ ਸੇਵਾ ਕਰੀਏ, ਸਿਮਰਨ ਕਰੀਏ, ਧਾਰਮਿਕ ਸਥਾਨ ਦੀ ਯਾਤਰਾ ਕਰੀਏ, ਤਾਂ ਕਿ ਜੋ ਇਹ ਜਨਮ ਹੈ ਸਫਲਾ ਹੋ ਜਾਵੇ, ਸੁਹੇਲਾ ਬਣ ਜਾਵੇ। ਇਹ ਗੱਲ ਸੋਚ ਵਿਚਾਰ ਕੇ ਅਮਰਦਾਸ ਜੀ ਨੇ, ਕਿਉਂਕਿ ਉਸ ਸਮੇਂ ਗੁਰੂ ਨਹੀਂ ਸੀ ਬਣੇ, ਗੁਰੂ ਦੀ ਸ਼ਰਨ ਦੇ ਵਿੱਚ ਨਹੀਂ ਸੀ ਆਏ, ਉਸ ਸਮੇਂ ਮਨ ਦੇ ਵਿੱਚ ਇਹ ਨਿਰਣਾ ਕੀਤਾ ਕਿ ਅਸੀਂ ਸਾਲ ਦੇ ਵਿੱਚ 2 ਵਾਰੀ 6 ਮਹੀਨਿਆਂ ਤੋਂ ਬਾਅਦ ਗੰਗਾ ਦੀ ਯਾਤਰਾ ਕਰਨ ਜਾਇਆ ਕਰਾਂਗੇ। ਜਾਂਦੇ ਰਹੇ। ਇਤਿਹਾਸ ਦੇ ਵਿੱਚ ਜ਼ਿਕਰ ਹੈ ਕਿ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ 20 ਵਾਰ ਗੰਗਾ ਦੀ ਯਾਤਰਾ ਕਰਨ ਗਏ। ਜਿਸ ਸਮੇਂ 20ਵੀਂ ਵਾਰ ਗਏ ਯਾਤਰਾ ਕਰਨ ਵਾਸਤੇ, ਰਸਤੇ ਦੇ ਵਿੱਚ ਇੱਕ ਮੇੜਾ ਨਾਮ ਦਾ ਨਗਰ ਹੈ। ਉਸ ਨਗਰ ਦੇ ਵਿੱਚ ਇੱਕ ਪੰਡਤ ਰਹਿੰਦਾ ਸੀ, ਦੁਰਗਾ, ਜਿਸ ਦਾ ਨਾਂ ਭੰਬੀ, ਜਿਸ ਦੀ ਗੋਤ ਲਿਖੀ ਹੈ। ਇਸ ਨੇ ਇੱਕ ਧਰਮਸ਼ਾਲਾ ਬਣਵਾਈ ਹੋਈ ਹੈ। ਜੋ ਯਾਤਰੀ ਯਾਤਰਾ ਕਰਨ ਵਾਸਤੇ ਜਾਂਦੇ ਸਨ ਗੰਗਾ ਦੀ, ਜਿਸ ਸਮੇਂ ਉਹ ਥੱਕ ਜਾਂਦੇ, ਉਹਨਾਂ ਨੂੰ ਭੁੱਖ ਲੱਗਦੀ, ਉਹ ਇਸ ਦੁਰਗਾ ਪੰਡਤ ਦੀ ਧਰਮਸ਼ਾਲਾ ਦੇ ਵਿੱਚ ਬੈਠ ਕੇ ਕੁਝ ਸਮਾਂ ਆਰਾਮ ਕਰਦੇ, ਥਕਾਵਟ ਦੂਰ ਕਰਕੇ ਫਿਰ ਅੱਗੇ ਨੂੰ ਚੱਲ ਪੈਂਦੇ ਸਨ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਵੀ ਆਏ ਤੇ ਇਸ ਦੀ ਧਰਮਸ਼ਾਲਾ ਦੇ ਵਿੱਚ ਬੈਠੇ ਤੇ ਲੰਮੇ ਪੈ ਗਏ ਆਰਾਮ ਕਰਨ ਵਾਸਤੇ। ਸਿਖਰ ਦੁਪਹਿਰਾ ਸੀ, ਗਰਮੀ ਦਾ ਸਮਾਂ ਸੀ। ਜੇ ਸਮੇਂ ਲੰਮੇ ਪਏ ਨੇ, ਆਰਾਮ ਕਰ ਰਹੇ ਨੇ, ਇਹ ਜੋ ਦੁਰਗਾ ਪੰਡਤ ਹੈ, ਇਸ ਨੇ ਧਾਰਮਿਕ ਵਿਦਿਆ ਪੜ੍ਹੀ ਹੋਈ, ਧਾਰਮਿਕ ਵਿਦਿਆ ਦੇ ਵਿੱਚ ਨਿਪੁੰਨ, ਪੂਰਾ ਗਿਆਨ, ਪੂਰਾ ਚਤਰ ਹੈ। ਇਸ ਨੇ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਸੱਜਾ ਚਰਨ ਵੇਖਿਆ। ਸਤਿਗੁਰਾਂ ਦੇ ਚਰਨ ਦੇ ਵਿੱਚ ਪਦਮ ਸੀ। ਉਸ ਸਮੇਂ ਪਦਮ ਨੂੰ ਵੇਖ ਕੇ ਇਸ ਨੇ ਮਨ ਦੇ ਵਿੱਚ ਆਪਣੀ ਵਿਦਿਆ ਦੇ ਅਨੁਸਾਰ ਖਿਆਲ ਲਾਇਆ, ਅੰਦਾਜ਼ਾ ਕੀਤਾ ਕਿ ਜੋ ਇਹ ਮਨੁੱਖ ਹੈ, ਇਹ ਕੋਈ ਚੱਕਰਵਰਤੀ ਰਾਜਾ ਹੋਵੇਗਾ ਜਾਂ ਇਹ ਕੋਈ ਫਿਰ ਅਵਤਾਰ ਹੋਵੇਗਾ। ਇਸ ਤਰ੍ਹਾਂ ਬੈਠਾ ਹੈ ਸਤਿਗੁਰਾਂ ਦੇ ਚਰਨਾਂ ਦੇ ਨੇੜੇ ਤੇ ਮਨ ਦੇ ਵਿੱਚ ਸੋਚਾਂ ਸੋਚ ਰਹੇ ਹੈ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਉੱਠੇ, ਦੇਖਿਆ ਕਿ ਪੰਡਤ ਸਾਡੇ ਨੇੜੇ ਥੱਲੇ ਬੈਠਾ ਹੈ। ਜੇਬ ਦੇ ਵਿੱਚੋਂ 1-2 ਟਕਾ ਕੱਢਿਆ ਤੇ ਉਸ ਪੰਡਤ ਨੂੰ ਦੇਣ ਲੱਗੇ ਕਿ ਆਹ ਲਓ, ਤੁਸੀਂ ਆਏ ਗਿਆਂ ਦੀ ਸੇਵਾ ਕਰਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਉਸ ਸਮੇਂ ਦੁਰਗਾ ਪੰਡਤ ਕਹਿਣ ਲੱਗਾ ਸਤਿਗੁਰਾਂ ਨੂੰ ਕਿ ਜੋ ਇਹ ਦਸ਼ਨਾ ਮੈਂ ਹੁਣ ਨਹੀਂ ਲੈਣੀ, ਜਦੋਂ ਸਮਾਂ ਆਇਆ ਮੈਂ ਆਪੇ ਮੰਗ ਕੇ ਲੈ ਲਵਾਂਗਾ। ਪੁੱਛਿਆ ਇਸ ਦਾ ਕੀ ਕਾਰਨ, ਕੀ ਗੱਲ? ਉਹ ਕਹਿਣ ਲੱਗਾ ਤੁਹਾਡੇ ਪੈਰ ਦੇ ਵਿੱਚ, ਚਰਨ ਦੇ ਵਿੱਚ ਪਦਮ ਹੈ। ਪਦਮ ਇਹ ਗੱਲ ਦਰਸਾ ਰਹੇ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਹੁਣ ਤੁਸੀਂ ਚੱਕਰਵਰਤੀ ਰਾਜੇ ਬਣੋਗੇ ਜਾਂ ਕੋਈ ਅਵਤਾਰ ਹੋ, ਇਹ ਗੱਲ ਦਰਸਾ ਰਹੇ ਹੈ। ਜੇ ਸਮੇਂ ਤੁਸੀਂ ਰਾਜੇ ਬਣ ਗਏ ਜਾਂ ਪਰਮਾਤਮਾ ਦਾ ਕੋਈ ਅਵਤਾਰ ਦੇ ਵਿੱਚ ਤੁਸੀਂ ਸਿੱਧ ਹੋ ਗਏ, ਪ੍ਰਗਟ ਹੋ ਗਏ, ਉਸ ਸਮੇਂ ਮੈਂ ਮਾਨ ਮੰਗੀ, ਮੂੰਹ ਮੰਗੀ ਜੋ ਮੁਰਾਦ ਹੈ ਤੁਹਾਡੇ ਕੋਲੋਂ ਮੰਗਾਂਗਾ, ਤੁਸੀਂ ਬਚਨ ਕਰੋ ਕਿ ਮੈਨੂੰ ਦਿਓਗੇ। ਇਹ ਸਮਾਂ ਯਾਦ ਰੱਖਿਓ। ਅਮਰਦਾਸ ਜੀ ਨੇ, ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ ਬਚਨ ਸੁਣੇ,
ਹੈਰਾਨ ਨੇ ਮਨ ਦੇ ਵਿੱਚ ਅੱਗੇ ਚੱਲ ਪਏ ਕਿ ਇੰਨੀ ਉਮਰ ਲੰਘ ਗਈ, ਅੱਜ ਤੱਕ ਤਾਂ ਨਾ ਰਾਜੇ ਬਣੇ ਨਾ ਪਰਮਾਤਮਾ ਦੇ ਦਰਸ਼ਨ ਹੋਏ, ਕਿਸ ਤਰ੍ਹਾਂ ਦੀ ਗੱਲਾਂ ਕਰਦਾ ਚੱਲ ਪਏ ਅੱਗੇ। ਅੱਗੇ ਜਾ ਕੇ ਗੰਗਾ ਤੇ ਇਸ਼ਨਾਨ ਕੀਤਾ, ਯਾਤਰਾ ਕੀਤੀ, ਵਾਪਸ ਚੱਲ ਪਏ। ਜਦੋਂ ਵਾਪਸ ਤੁਰੇ ਆ ਰਹੇ ਨੇ, ਸਤਿਗੁਰਾਂ ਦੇ ਨਾਲ ਇੱਕ ਬ੍ਰਾਹਮਣ ਮਿਲ ਗਿਆ। ਬੰਸਾਵਲੀ ਨਾਮੇ ਦੇ ਵਿੱਚ ਉਸ ਬ੍ਰਾਹਮਣ ਦਾ ਨਾਮ ਹਰੀ ਲਿਖਿਆ ਹੈ। ਇਹ ਵੀ ਲਿਖਿਆ ਕਿ ਜੋ ਬ੍ਰਾਹਮਣ ਸੀ ਉਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿੱਖ ਸੀ, ਗੁਰੂ ਦੀ ਬਾਣੀ ਪੜ੍ਹਦਾ ਸੀ, ਗੁਰੂ ਦੀ ਬਾਣੀ ਦੇ ਨਾਲ ਪਿਆਰ ਕਰਦਾ ਸੀ। ਜਦੋਂ ਵਾਪਸ ਤੁਰੇ ਆ ਰਹੇ ਨੇ, ਉਸ ਬ੍ਰਾਹਮਣ ਦਾ ਜਿਸ ਦਾ ਨਾਮ ਹਰੀ ਹੈ, ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਲ ਗੱਲਾਂ ਕਰਦਾ, ਬਚਨ ਕਰਦੇ ਆ ਰਹੇ ਨੇ। ਇਸ ਤਰ੍ਹਾਂ ਗੱਲਾਂ ਕਰਦੇ ਕਰਦੇ ਹੋਏ ਬਾਸਰ ਕੇ ਆ ਗਏ, ਜੋ ਸਤਿਗੁਰਾਂ ਦਾ ਆਪਣਾ ਪਿੰਡ ਸੀ। ਬਾਸਰ ਕੇ ਆਏ, ਘਰ ਦੇ ਵਿੱਚ ਬੈਠ ਗਏ। ਸ਼ਾਮ ਦਾ ਸਮਾਂ ਹੋਇਆ, ਭੋਜਨ ਪ੍ਰਸ਼ਾਦਾ ਛਕਿਆ ਤੇ ਬੈਠੇ ਨੇ, ਗੱਲਾਂ ਕਰ ਰਹੇ ਨੇ। ਉਸ ਸਮੇਂ ਉਹ ਬ੍ਰਾਹਮਣ ਪੁੱਛਦਾ ਹੈ ਕਿ ਤੇਰਾ ਗੁਰੂ ਕੌਣ ਹੈ, ਤੂੰ ਕਿਸ ਨੂੰ ਗੁਰੂ ਧਾਰਨ ਕੀਤਾ ਹੈ, ਕਿਸ ਦਾ ਸਿਮਰਨ ਕਰਦਾ ਹੈ। ਜਦੋਂ ਇਹ ਬਚਨ ਕੀਤੇ, ਉਸ ਸਮੇਂ ਸ੍ਰੀ ਗੁਰੂ ਅਮਰਦਾਸ ਜੀ ਕਹਿਣ ਲੱਗੇ ਕਿ ਮੈਂ ਤਾਂ ਕਿਸੇ ਨੂੰ ਗੁਰੂ ਨਹੀਂ ਬਣਾਇਆ, ਮੈਂ ਤਾਂ ਗੁਰੂ ਵਾਲਾ ਬਣਿਆ ਨਹੀਂ। ਜਦੋਂ ਇਹ ਗੱਲ ਉਸ ਬ੍ਰਾਹਮਣ ਨੇ ਸੁਣੀ, ਉਸ ਸਮੇਂ ਉਸਨੇ ਬਹੁਤ ਆਪਣੇ ਆਪ ਨੂੰ ਲਾਹਨਤਾਂ ਪਾਈਆਂ ਤੇ ਅਮਰਦਾਸ ਜੀ ਨੂੰ ਵੀ ਲਾਹਨਤਾਂ ਪਾਈਆਂ ਕਿ ਮੈਂ ਨਗੁਰੇ ਦਾ ਸੰਗ ਕਰ ਲਿਆ, ਨਗੁਰੇ ਦੇ ਹੱਥੋਂ ਖਾ ਪੀ ਲਿਆ, ਇਸ ਲਈ ਮੇਰਾ ਜੋ ਜੀਵਨ ਹੈ ਭ੍ਰਿਸ਼ਟ ਹੋ ਗਿਆ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਰਹਿਤਨਾਮਿਆਂ ਦੇ ਵਿੱਚ ਬਚਨ ਕੀਤੇ ਨੇ। ਸਤਿਗੁਰੂ ਜੀ ਕਹਿਣ ਲੱਗੇ, ਜਹਾਂ ਕਹਾਂ ਕਾ ਜੋ ਅਚੇ ਪ੍ਰਸਾਦ, ਸੋ ਮੇਰਾ ਸਿੱਖ ਨਾ ਯਾਦ ਜੁਗਾਦ। ਕਹਿਣ ਲੱਗੇ ਕਿ ਜੋ ਸਿੱਖ ਜਿੱਥੋਂ ਜੀ ਕਰੇ ਉੱਥੋਂ ਲੈ ਕੇ ਖਾ ਲਿਆ, ਜਿੱਥੋਂ ਜੀ ਕੀਤਾ ਉਸਦੇ ਘਰੋਂ ਲੈ ਕੇ ਖਾ ਲਿਆ। ਕਹਿਣ ਲੱਗੇ ਜੇਕਰ ਪਿੰਨੀਆਂ ਵਰਤ ਰਹੀਆਂ ਨੇ ਕਿਸੇ ਗੁੱਗੇ ਦੀ ਮੜੀ ਤੇ ਕਿਸੇ ਹੋਰ ਥਾਂ ਤੇ, ਉੱਥੋਂ ਲੈ ਕੇ ਖਾ ਲਿਆ, ਛਕ ਲਿਆ। ਕਹਿਣ ਲੱਗੇ ਉਹ ਸਾਡਾ ਸਿੱਖ ਨਹੀਂ ਤੇ ਅਸੀਂ ਉਸਦੇ ਗੁਰੂ ਨਹੀਂ। ਉਸ ਸਮੇਂ ਉਹ ਬ੍ਰਾਹਮਣ ਕਹਿਣ ਲੱਗਿਆ ਕਿ ਮੈਂ ਤੂੰ ਨਗੂਰਾ, ਤੇਰੇ ਹੱਥੋਂ ਭੋਜਨ ਖਾ ਲਿਆ, ਤੇਰੀ ਸੰਗਤ ਕਰ ਲਈ, ਮੇਰਾ ਤਾਂ ਸਭ ਕੁਝ ਹੀ ਵਿਅਰਥ ਚਲਾ ਗਿਆ, ਸਭ ਕੁਝ ਹੀ ਨਿਸਫਲ ਚਲਾ ਗਿਆ। ਇਤਨਾ ਲਾਹਨਤਾਂ ਪਾਉਂਦਾ ਹੋਇਆ ਤੇ ਘਾਰਾਂ ਦੇਂਦਾ ਹੋਇਆ ਛੱਡ ਕੇ ਚਲਾ ਗਿਆ। ਅਮਰਦਾਸ ਜੀ ਬੈਠੇ ਨੇ, ਸੋਚਾਂ ਸੋਚ ਰਹੇ ਨੇ, ਦਿਲ ਬਹੁਤ ਜ਼ਿਆਦਾ ਦੁਖੀ ਹੈ, ਅੱਖਾਂ ਦੇ ਵਿੱਚੋਂ ਅਥਰੂ ਵਹਿ ਰਹੇ ਨੇ। ਉਸ ਸਮੇਂ ਬੇਨਤੀ ਕਰਦੇ ਨੇ, ਤਰਲਾ ਲੈਂਦੇ ਨੇ ਅਕਾਲ ਪੁਰਖ ਦੇ ਅੱਗੇ ਕਿ ਕਿਰਪਾ ਕਰ, ਮੈਨੂੰ ਪੂਰਾ ਗੁਰੂ ਮਿਲਾ ਦੇ, ਜਾਂ ਤੇ ਪੂਰਾ ਗੁਰੂ ਮਿਲਾ ਦੇ ਜਾਂ ਫਿਰ ਜੋ ਮੇਰੀ ਜ਼ਿੰਦਗੀ ਹੈ ਖਤਮ ਕਰ ਦੇ, ਮੈਂ ਜਿਉਂਦਾ ਨਹੀਂ ਰਹਿਣਾ ਚਾਹੁੰਦਾ। ਬੇਨਤੀਆਂ ਕਰਦੇ ਰਹੇ, ਸਾਰੀ ਰਾਤ ਤਰਲੇ ਲੈਂਦੇ ਰਹੇ। ਸਵੇਰ ਦਾ ਸਮਾਂ ਹੋਇਆ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਸਭ ਤੋਂ ਛੋਟੇ ਭਰਾ, ਜਿਨ੍ਹਾਂ ਦਾ ਨਾਮ ਮਾਨਕ ਚੰਦ ਸੀ, ਮਾਨਕ ਚੰਦ ਦਾ ਸਪੁੱਤਰ ਜਿਸ ਦਾ ਨਾਮ ਭਾਈ ਜੱਸੂ ਸੀ, ਭਾਈ ਜੱਸੂ ਜੀ ਦੇ ਨਾਲ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਜੋ ਸਪੁੱਤਰੀ ਹੈ ਬੀਬੀ ਅਮਰੋ ਜੀ, ਇਹਨਾਂ ਦਾ ਆਨੰਦ ਕਾਰਜ ਹੋਇਆ, ਵਿਆਹੇ ਹੋਏ ਸਨ। ਅੰਮ੍ਰਿਤ ਵੇਲੇ ਦਾ ਸਮਾਂ ਹੋ ਗਿਆ। ਅਮਰਦਾਸ ਜੀ ਬੈਠੇ ਨੇ, ਅਕਾਲ ਪੁਰਖ ਦੇ ਅੱਗੇ ਤਰਲੇ ਲੈ ਰਹੇ ਨੇ, ਬੇਨਤੀਆਂ ਕਰ ਰਹੇ ਨੇ। ਉਸ ਸਮੇਂ ਬੀਬੀ ਅਮਰੋ ਜੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਦਹੀਂ ਰਿੜਕਣ ਲੱਗੇ। ਘਰ ਦਾ ਕੰਮ ਕਰ ਰਹੇ ਸਨ, ਚੌਂਕੇ ਦਾ, ਰਸੋਈ ਦਾ। ਉਸ ਸਮੇਂ ਸਤਿਗੁਰਾਂ ਦੀ ਬਾਣੀ ਪੜ੍ਹ ਰਹੇ ਸਨ। ਉਸ ਸਮੇਂ ਜਦੋਂ ਬਾਣੀ ਨੂੰ ਪੜ੍ਹਿਆ, ਇਹ ਬਾਣੀ ਦੀਆਂ ਤੁਕਾਂ, ਬਾਣੀ ਦੇ ਸ਼ਬਦ ਗੁਰੂ ਅਮਰਦਾਸ ਜੀ ਦੇ ਕੰਨਾਂ ਤੱਕ ਪਹੁੰਚੇ। ਜਦੋਂ ਬਾਣੀ ਦੀ ਆਵਾਜ਼ ਆਈ ਕੰਨਾਂ ਤੱਕ, ਹਿਰਦੇ ਨੂੰ ਸ਼ਾਂਤੀ ਮਿਲੀ, ਹਿਰਦੇ ਨੂੰ ਸਕੂਨ ਮਿਲਿਆ। ਆਪਣੀ ਉਸ ਥਾਂ ਤੋਂ ਉੱਠੇ, ਹੌਲੀ ਹੌਲੀ ਚੱਲਦੇ ਹੋਏ ਬੀਬੀ ਅਮਰੋ ਜੀ ਦੇ ਨੇੜੇ ਹੋ ਕੇ ਓਲੇ ਹੋ ਕੇ ਬੈਠ ਗਏ, ਇੱਕ ਪਾਸੇ ਹੋ ਕੇ ਬੈਠ ਗਏ। ਜਦੋਂ ਬੀਬੀ ਅਮਰੋ ਜੀ ਨੇ ਸਾਰੀ ਬਾਣੀ ਪੜ੍ਹ ਲਈ, ਉਸ ਸਮੇਂ ਪੁੱਛਦੇ ਨੇ ਪਿਆਰ ਦੇ ਵਿੱਚ ਆ ਕੇ ਕਿ ਪੁੱਤਰੀ ਜੋ ਇਹ ਬਾਣੀ ਤੂੰ ਕਿਸ ਦੀ ਪੜ੍ਹਦੀ ਹੈ? ਉਸ ਸਮੇਂ ਦੱਸਿਆ ਕਿ ਮੇਰੇ ਪਿਤਾ ਦੀ ਬਾਣੀ ਹੈ, ਮੇਰੇ ਪਿਤਾ ਨੇ ਕਿਰਪਾ ਕਰਕੇ ਮੈਨੂੰ ਬਖਸ਼ੀ ਹੈ। ਕਹਿਣ ਲੱਗੇ ਚੱਲ ਆਪਣੇ ਪਿਤਾ ਦੇ ਕੋਲ, ਮੈਨੂੰ ਦਰਸ਼ਨ ਕਰਾ, ਮੈਂ ਮਿਲਣਾ ਚਾਹੁੰਦਾ ਉਹਨਾਂ ਨੂੰ। ਉਸ ਸਮੇਂ ਬੀਬੀ ਅਮਰੋ ਜੀ, ਸੰਖੇਪ ਦੇ ਵਿੱਚ ਆਪਾਂ ਵਿਚਾਰ ਕਰ ਰਹੇ ਹਾਂ, ਉਸ ਸਮੇਂ ਬੀਬੀ ਅਮਰੋ ਜੀ ਸ੍ਰੀ ਗੁਰੂ ਅਮਰਦਾਸ ਜੀ ਨੂੰ ਨਾਲ ਲੈ ਕੇ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਕੋਲ ਖਡੂਰ ਸਾਹਿਬ ਦੀ ਧਰਤੀ ਤੇ ਆਏ। ਉਸ ਸਮੇਂ ਰਿਸ਼ਤੇਦਾਰੀ ਦੇ ਵਜੋਂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਉੱਠੇ ਸਤਿਕਾਰ ਕਰਨ ਵਾਸਤੇ, ਪਰ ਉਸ ਸਮੇਂ ਅਮਰਦਾਸ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ। ਕਹਿਣ ਲੱਗੇ ਆਪਣਾ ਦਾਸ ਜਾਣ ਕੇ, ਸੇਵਕ ਜਾਣ ਕੇ ਆਪਣੀ ਸ਼ਰਨ ਦੇ ਵਿੱਚ ਰੱਖ ਲਓ। ਗਲ ਦੇ ਨਾਲ ਲਾਉਣਾ, ਜੱਫੀ ਦੇ ਵਿੱਚ ਲੈਣਾ,
मैं इतना जोग नहीं हाँ, इतनी मेरे विच योगता नहीं है। किरपा करो अपने चरनां दे विच अपना सेवक जान के, दास जान के रख लो। गुरु दे चरनां दे विच रह के गुरु घर की सेवा करन लग पे। जे दिन पहले दिन आए, सतगुरां दा दीवान सजिया होया, दर्शन करके गुरु नूं मिल के संगत विच बैठ गए। उस समय रसोईए ने आके बेनती की कि लंगर तैयार है, सतगुरु जी आओ, किरपा करो, आप छको, भोग लाओ, संगतां भी छक लैन। सतगुरु जी चले गए, लंगर भी जाके पंगत विच बैठ गए, संगतां भी बैठ गईयां, गुरु अमरदास जी भी जाके बैठ गए। जिस समय सारिਆਂ ਨੂੰ ਭੋਜਨ ਵਰਤ ਗਿਆ, ਸਾਰੇ ਛਕ ਰਹੇ ਨੇ, ਉਸ ਸਮੇਂ ਅਮਰਦਾਸ ਜੀ ਨੇ ਮਨ ਦੇ ਵਿੱਚ ਸੋਚਿਆ ਕਿ ਮੈਂ ਪਰਖ ਤਾਂ ਕਰ ਲਵਾਂ ਕਿ ਪੂਰਾ ਗੁਰੂ ਹੈ, ਕਿਧਰੇ ਅਧੂਰਾ ਨਾ ਹੋਵੇ। ਪਰਖ ਤੇ ਕਰ ਲਵਾਂ, ਜਿੱਦਾਂ ਮੈਂ ਲੜ ਫੜਿਆ ਹੈ, ਜਿਸਦਾ ਮੈਂ ਪੱਲਾ ਫੜਿਆ, ਇਹ ਮੈਨੂੰ ਉਤਾਰ ਦੇਵੇਗਾ, ਇਹ ਪੂਰਾ ਹੈ ਕਿ ਅਧੂਰਾ ਹੈ। ਮਨ ਦੇ ਵਿੱਚ ਸੋਚਣ ਲੱਗ ਪਏ। ਪ੍ਰਸ਼ਾਦਾ ਵੀ ਛਕ ਰਹੇ ਨੇ ਤੇ ਮਨ ਦੇ ਵਿੱਚ ਸੋਚ ਵੀ ਰਹੇ ਨੇ। ਫਿਰ ਮਨ ਦੇ ਵਿੱਚ ਸੋਚਿਆ ਕਿ ਇਹਨਾਂ ਦੀ ਪਰਖ ਕਿਵੇਂ ਕਰੀਏ। ਮਨ ਦੇ ਵਿੱਚ ਇਹ ਗੱਲ ਧਾਰ ਲਈ ਕਿ ਜੇਕਰ ਇਹ ਪੂਰੇ ਗੁਰੂ ਹਨ ਤਾਂ ਫਿਰ ਇਹ ਆਪਣਾ ਸੀਤ ਪ੍ਰਸ਼ਾਦ ਮੈਨੂੰ ਖਾਣ ਵਾਸਤੇ ਦੇਣ। ਬਿਨਾਂ ਇਹਨਾਂ ਨੂੰ ਮੈਂ ਕਹਾਂ, ਇਹਨਾਂ ਦੇ ਨਾਲ ਕੋਈ ਗੱਲ ਨਾ ਕਰਾਂ, ਬਿਨਾਂ ਕੁਝ ਕਹੇ ਤੋਂ ਜੇ ਅੰਤਰਜਾਮੀ ਨੇ ਆਪਣਾ ਸੀਤ ਪ੍ਰਸ਼ਾਦ ਮੈਨੂੰ ਦੇਣ ਤਾਂ ਕਿ ਮੇਰੇ ਮਨ ਦਾ ਜੋ ਸ਼ੰਕਾ ਹੈ ਭਰਮ ਮਿਟ ਜਾਵੇ, ਤਸੱਲੀ ਹੋ ਜਾਵੇ, ਨਿਰਣਾ ਹੋ ਜਾਵੇ। ਜਦੋਂ ਇਹ ਖਿਆਲ ਮਨ ਦੇ ਵਿੱਚ ਕੀਤਾ, ਉਸ ਸਮੇਂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਇੱਕ ਸੇਵਕ ਨੂੰ ਹੁਕਮ ਕੀਤਾ ਕਿ ਜੋ ਸਾਡਾ ਸੀਤ ਪ੍ਰਸ਼ਾਦ ਹੈ, ਉਸ ਸਮੇਂ ਸਤਿਗੁਰਾਂ ਨੇ ਅਜੇ 2 ਕੁ ਬੁਰਕੀਆਂ ਛਕੀਆਂ ਸਨ। ਸੇਵਕ ਨੂੰ ਕਹਿਣ ਲੱਗੇ, ਜੋ ਇਹ ਸਾਡਾ ਥਾਲ ਹੈ ਭੋਜਨ ਵਾਲਾ, ਜਾ ਕੇ ਜੋ ਉਹ ਮਨੁੱਖ ਬੈਠਾ ਨਵਾਂ ਆਇਆ ਉਸ ਦੇ ਅੱਗੇ ਰੱਖ ਦਿਓ, ਉਸਨੇ ਛਕਣਾ। ਜਦੋਂ ਪਰੋਸਿਆ ਹੋਇਆ ਥਾਲ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਸੀਤ ਪ੍ਰਸ਼ਾਦ ਗੁਰੂ ਅਮਰਦਾਸ ਜੀ ਦੇ ਅੱਗੇ ਲਿਆ ਕੇ ਰੱਖਿਆ, ਉਸ ਸਮੇਂ ਮਨ ਦਾ ਜੋ ਸ਼ੰਕਾ ਸੀ, ਭਰਮ ਸੀ, ਸਭ ਖਤਮ ਹੋ ਗਿਆ, ਸਭ ਮਿਟ ਗਿਆ। ਫਿਰ ਗੁਰੂ ਦਰਬਾਰ ਦੇ ਵਿੱਚ ਰਹਿ ਕੇ ਬਹੁਤ ਕਠਿਨ, ਬਹੁਤ ਕਰੜੀ ਸੇਵਾ ਕੀਤੀ ਹੈ। ਜਦੋਂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਦੇ ਵਿੱਚ ਆਏ, ਉਸ ਸਮੇਂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੀ ਜੋ ਉਮਰ ਹੈ 71 ਸਾਲ ਦੀ ਉਮਰ ਸੀ। ਸਤਿਗੁਰਾਂ ਨੇ ਭੱਟਾਂ ਦੀ ਰਸਨਾ ਤੋਂ ਗੁਰਬਾਣੀ ਦੇ ਵਿੱਚ ਨਿਰਣਾ ਵੀ ਦਿੱਤਾ ਹੈ। ਬਚਨ ਕੀਤੇ ਨੇ 30 1 ਅਰ 5 ਸਿੱਧ ਪੈ 30 ਨਖੀਨੋ। 30 ਤੇ 1 31 ਤੇ 5 36, 36 ਤੇ 35 71 ਕਿ 71 ਸਾਲ ਦੀ ਉਮਰ ਹੈ ਜਦੋਂ ਗੁਰੂ ਦੀ ਸ਼ਰਨ ਵਿੱਚ ਆਏ, ਗੁਰੂ ਵਾਲੇ ਬਣੇ। ਜਦੋਂ ਸਮਝ ਆਈ ਸਤਿਗੁਰ ਬਾਝੋ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਮ ਬੁਰਾ। ਬੁਢੇਪੇ ਦੇ ਵਿੱਚ ਜਾ ਕੇ ਸਮਝ ਆਈ। ਜਦੋਂ ਬ੍ਰਾਹਮਣ ਨੇ ਬੋਲੀ ਮਾਰੀ, ਤਾਨਾ ਮਾਰਿਆ, ਉਦੋਂ ਸਮਝ ਆਈ। ਸਮਝ ਆ ਗਈ। ਸੇਵਾ ਕਰਕੇ, ਜੀਵਨ ਸੁਹੇਲਾ ਕਰਕੇ ਗੁਰੂ ਵਾਲੇ ਬਣ ਗਏ। ਪਰ ਕਈ ਮਨੁੱਖ ਐਸੇ ਨੇ, ਉਮਰ ਸਾਰੀ ਲੰਘ ਜਾਂਦੀ ਹੈ, 70 ਸਾਲ ਤੋਂ ਅੱਗੇ 100 ਸਾਲ ਤੱਕ 80 90 ਦੀ ਉਮਰ ਹੋ ਜਾਂਦੀ ਹੈ, ਪਰ ਕਦੇ ਜ਼ਿੰਦਗੀ ਦੇ ਵਿੱਚ ਸਮਝ ਹੀ ਨਹੀਂ ਆਉਂਦੀ ਕਿ ਸੇਵਾ ਕਰਨੀ ਹੈ, ਸਿਮਰਨ ਕਰਨਾ ਹੈ, ਗੁਰੂ ਵਾਲੇ ਬਣ ਕੇ ਜੀਵਨ ਨੂੰ, ਜ਼ਿੰਦਗੀ ਨੂੰ ਸਫਲੀ ਕਰਨਾ ਸਮਝ ਹੀ ਨਹੀਂ ਆਉਂਦੀ। ਸੁੱਤਿਆਂ ਹੋਇਆਂ ਹੀ ਅਗਿਆਨਤਾ ਦੀ, ਵਿਦਿਆ ਦੀ ਨੀਂਦ ਦੇ ਵਿੱਚ ਉਮਰ ਲੰਘ ਜਾਂਦੀ ਹੈ, ਬਤੀਤ ਹੋ ਜਾਂਦੀ ਹੈ। ਧੰਨ ਸ੍ਰੀ ਗੁਰੂ ਅਮਰਦਾਸ ਜੀ 71 ਸਾਲ ਦੀ ਉਮਰ ਵਿੱਚ ਗੁਰੂ ਦੀ ਸ਼ਰਨ ਵਿੱਚ ਆਏ। ਫਿਰ 12 ਸਾਲ ਬਹੁਤ ਕਠਿਨ ਕਰੜੀ ਸੇਵਾ ਕੀਤੀ ਗੁਰੂ ਘਰ ਦੇ ਵਿੱਚ। ਸੋ ਸੇਵਾ ਤੋਂ ਬਾਅਦ ਸਤਿਗੁਰੂ ਜੀ ਪ੍ਰਸੰਨ ਹੋਏ, ਖੁਸ਼ ਹੋਏ। ਖੁਸ਼ ਹੋ ਕੇ ਫਿਰ ਸਤਿਗੁਰਾਂ ਨੇ ਵਰ ਦਿੱਤੇ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ। ਸੋ ਇਸ ਤਰ੍ਹਾਂ ਸਤਿਗੁਰਾਂ ਨੇ 12 ਵਰ ਦੇ ਕੇ ਨਿਹਾਲ ਕੀਤਾ, ਕਿਰਪਾ ਕੀਤੀ। ਫਿਰ ਆਪਣੇ ਸਿੰਘਾਸਨ ਦੇ ਉੱਤੇ, ਗੁਰਤਾ ਗੱਦੀ ਦੇ ਉੱਤੇ ਬਿਠਾਇਆ, ਬਿਰਾਜਮਾਨ ਕੀਤਾ। ਐਸੇ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਜਦੋਂ ਸਿੰਘਾਸਨ ਦੇ ਉੱਤੇ ਬੈਠੇ, ਸਤਿਗੁਰਾਂ ਨੇ ਗੁਰੂ ਘਰ ਦੀ ਮਰਿਆਦਾ ਬਣਾ ਦਿੱਤੀ। ਮਰਿਆਦਾ ਬਣਾ ਦਿੱਤੀ ਕਿ ਪਹਿਲੇ ਪੰਗਤ ਪਿੱਛੇ ਸੰਗਤ, ਕਿਉਂਕਿ ਉਸ ਸਮੇਂ ਜੋ ਬ੍ਰਾਹਮਣ ਲੋਕ ਸਨ ਕਹਿੰਦੇ ਸਨ ਕਿ ਅਸੀਂ ਵੱਡੇ, ਬਾਕੀ ਸਾਰੇ ਸ਼ੂਦਰ ਨੇ, ਅਸੀਂ ਇਹਨਾਂ ਦੇ ਨਾਲ ਮਿਲ ਕੇ ਨਹੀਂ ਰਹਿਣਾ, ਇਹਨਾਂ ਦੇ ਨਾਲ ਮਿਲ ਕੇ ਇੱਕ ਥਾਂ ਤੇ ਬੈਠਣਾ ਨਹੀਂ, ਇਹਨਾਂ ਦੇ ਨਾਲ ਮਿਲ ਕੇ ਇੱਕ ਥਾਂ ਤੇ ਭੋਜਨ ਨਹੀਂ ਖਾਣਾ, ਕਿਉਂਕਿ ਸ਼ੂਦਰ ਨੇ, ਭ੍ਰਿਸ਼ਟ ਨੇ, ਅਸੀਂ ਉੱਤਮ, ਅਸੀਂ ਉੱਚੇ ਹਾਂ। ਉਹਨਾਂ ਦਾ ਹੰਕਾਰ, ਮਾਣ ਤੋੜਨ ਵਾਸਤੇ ਸਤਿਗੁਰਾਂ ਨੇ ਮਰਿਆਦਾ ਹੀ ਬਣਾ ਦਿੱਤੀ ਕਿ ਪਹਿਲਾਂ ਪੰਗਤ ਵਿੱਚੋਂ ਬੈਠ ਕੇ ਭੋਜਨ ਜੋ ਛਕੇਗਾ ਉਹੀ ਸੰਗਤ ਵਿੱਚ ਆ ਸਕਦਾ।
ਜੋ ਏਕਤਾ ਨਹੀਂ ਰੱਖ ਸਕਦਾ, ਉਹ ਸੰਗਤ ਵਿੱਚ ਵੀ ਨਹੀਂ ਆ ਸਕਦਾ। ਐਸੀ ਸਤਿਗੁਰਾਂ ਨੇ ਮਹਾਨ ਜਦੋਂ ਕਿਰਪਾ ਕੀਤੀ ਹੈ, ਜਾਤੀ ਭਰਮ ਨੂੰ ਤੋੜਿਆ, ਸਭ ਕੁਝ ਤੋੜਿਆ। ਉਸ ਸਮੇਂ ਸਤਿਗੁਰੂ ਜੀ ਇੱਕ ਸਮੇਂ ਤੀਰਥ ਯਾਤਰਾ 'ਤੇ ਵੀ ਗਏ, ਲੋਕਾਂ ਦਾ ਭਲਾ ਕਰਨ ਵਾਸਤੇ, ਲੋਕਾਈ ਨੂੰ ਤਾਰਨ ਵਾਸਤੇ। ਜਦੋਂ ਸਤਿਗੁਰੂ ਜੀ ਤੀਰਥ ਯਾਤਰਾ 'ਤੇ ਗਏ, ਉਸ ਸਮੇਂ ਕੁਝ ਬ੍ਰਾਹਮਣ ਲੋਕ ਆ ਗਏ ਇਕੱਠੇ ਹੋ ਕੇ, ਆ ਕੇ ਕਹਿਣ ਲੱਗੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਕਿ ਸਾਨੂੰ ਸਮਝ ਨਹੀਂ ਆਉਂਦੀ, ਬਾਣੀ ਤਾਂ ਲਿਖੀ ਹੋਈ ਪਹਿਲਾਂ ਹੀ ਬਹੁਤ ਹੈ। ਬ੍ਰਹਮਾ ਨੇ 4 ਵੇਦ ਲਿਖ ਦਿੱਤੇ, ਰਿਸ਼ੀਆਂ ਨੇ 6 ਸ਼ਾਸਤਰ ਲਿਖ ਦਿੱਤੇ, 18 ਪੁਰਾਣ ਲਿਖ ਦਿੱਤੇ, 27 ਸਿਮਰਤੀਆਂ ਲਿਖੀਆਂ ਹੋਈਆਂ ਨੇ। ਇੰਨੀ ਬਾਣੀ, ਇੰਨਾ ਗਿਆਨ ਲਿਖਿਆ ਹੋਇਆ, ਸਮਝ ਨਹੀਂ ਆਉਂਦੀ। ਪਰ ਤੁਹਾਡੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਆਪਣੀ ਬਾਣੀ ਕਿਉਂ ਲਿਖੀ ਹੈ? ਇਹ ਬਾਣੀ ਲਿਖਣ ਦੀ ਕੀ ਲੋੜ ਪਈ, ਕੀ ਜ਼ਰੂਰਤ ਪਈ, ਕਿਉਂ ਲਿਖੀ, ਕਿਉਂ ਇਤਨਾ ਸਭ ਕੁਝ ਕੀਤਾ? ਤੁਸੀਂ ਤਾਂ ਜੱਗ ਦੀ ਮਰਿਆਦਾ ਨੂੰ ਖੰਡਨ ਕਰ ਦਿੱਤਾ ਹੈ, ਸਭ ਕੁਝ ਖਤਮ ਕਰ ਦਿੱਤਾ ਹੈ। ਜਦੋਂ ਐਸੀਆਂ ਗੱਲਾਂ ਉਹਨਾਂ ਨੇ ਕੀਤੀਆਂ, ਉਸ ਸਮੇਂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ ਉਹਨਾਂ ਦੇ ਨਾਲ ਬਚਨ ਕੀਤੇ। ਕਹਿਣ ਲੱਗੇ, ਭਾਈ ਇਹ ਦੱਸੋ, ਧਰਤੀ ਦੇ ਵਿੱਚ ਸਾਰੀ ਥਾਵਾਂ 'ਤੇ ਪਾਣੀ ਹੈ ਕਿ ਨਹੀਂ ਹੈ? ਕਹਿਣ ਲੱਗੇ, ਜੀ ਸਾਰੀ ਥਾਵਾਂ 'ਤੇ ਪਾਣੀ ਹੈ। ਸਤਿਗੁਰੂ ਜੀ ਕਹਿਣ ਲੱਗੇ, ਫਿਰ ਇਹ ਦੱਸੋ, ਜੇ ਸਾਰੀਆਂ ਥਾਵਾਂ 'ਤੇ ਪਾਣੀ ਹੈ ਤਾਂ ਮਨੁੱਖ ਨੂੰ ਮੀਂਹ ਦੀ ਲੋੜ ਕਿਉਂ ਪੈਂਦੀ ਹੈ, ਵਰਖਾ ਦੀ ਲੋੜ ਕਿਉਂ ਪੈਂਦੀ ਹੈ? ਪਾਣੀ ਤਾਂ ਧਰਤੀ ਦੇ ਸਾਰੀ ਥਾਵਾਂ 'ਤੇ ਹੈ, ਭਾਵੇਂ ਕਿਸੇ ਥਾਂ 'ਤੇ ਪਹਿਲਾਂ ਨਿਕਲ ਆਉਂਦਾ, ਕਿਸੇ ਥਾਂ 'ਤੇ ਨੀਵਾਂ ਉੱਚਾ ਹੈ ਤਾਂ ਸਾਰੀ ਥਾਵਾਂ 'ਤੇ। ਜੇਕਰ ਧਰਤੀ ਦੇ ਥੱਲੇ ਪਾਣੀ ਹੈ, ਫਿਰ ਮਨੁੱਖ ਨੂੰ, ਇਸ ਧਰਤੀ ਨੂੰ ਵਰਖਾ ਦੀ, ਮੀਂਹ ਦੀ ਲੋੜ, ਜ਼ਰੂਰਤ ਕਿਉਂ ਪੈਂਦੀ ਹੈ? ਕਹਿਣ ਲੱਗੇ, ਸਤਿਗੁਰੂ ਜੀ ਉਹ ਪਾਣੀ ਥੱਲੇ ਹੈ, ਕੱਢਣਾ ਬਹੁਤ ਔਖਾ ਹੈ, ਨਹੀਂ ਨਿਕਲਦਾ। ਜੇਕਰ ਕਿ ਪੁਰਾਤਨ ਸਮਿਆਂ ਦੇ ਵਿੱਚ ਖੂਹ ਹੁੰਦੇ ਸਨ, ਮਨੁੱਖ ਬਲਦਾਂ ਨੂੰ ਜੋੜ ਕੇ ਟਿੰਡਾਂ ਦੇ ਨਾਲ ਪਾਣੀ ਕੱਢਦੇ ਸਨ। ਜੋ ਖੂਹ ਦੇ ਵਿੱਚੋਂ ਪਾਣੀ ਕੱਢਦੇ ਸਨ, ਉਹ ਖੂਹ ਦੇ ਵਿੱਚੋਂ ਪਾਣੀ ਜੋ ਨਿਕਲਦਾ ਸੀ, 1-2 ਖੇਤ ਨੂੰ ਮਸਾਂ ਹੀ ਸਿੰਜਦਾ ਸੀ। ਜੋ ਦੂਰ ਖੇਤ ਸਨ, ਉੱਥੇ ਪਾਣੀ ਨਹੀਂ ਸੀ ਪਹੁੰਚਦਾ। ਜੋ ਉੱਚੇ ਸਨ, ਉੱਥੇ ਵੀ ਪਾਣੀ ਨਹੀਂ ਸੀ ਪਹੁੰਚਦਾ। ਕਹਿਣ ਲੱਗੇ, ਸਤਿਗੁਰੂ ਜੀ ਫਸਲ ਨੂੰ ਪੈਦਾ ਕਰਨ ਵਾਸਤੇ ਫਸਲ ਨੂੰ ਮੀਂਹ ਦੀ ਲੋੜ ਪੈਂਦੀ ਹੈ, ਇਸ ਲਈ ਜ਼ਿਮੀਂਦਾਰ ਦੇ ਮਨ ਵਿੱਚ, ਸਾਰਿਆਂ ਦੇ ਮਨ ਵਿੱਚ ਆਸ ਹੈ ਕਿ ਮੀਂਹ ਪਵੇ, ਵਰਖਾ ਹੋਵੇ, ਵਰਖਾ ਦੇ ਨਾਲ ਸੌਖਾ ਕੰਮ ਸਰ ਜਾਂਦਾ ਹੈ। ਫਿਰ ਸਤਿਗੁਰਾਂ ਨੇ ਬਚਨ ਕੀਤੇ ਇਸੇ ਤਰ੍ਹਾਂ। ਕਹਿਣ ਲੱਗੇ, ਜੋ ਇਹ ਤੁਹਾਡੀ ਬਾਣੀ ਹੈ, ਵੇਦ ਨੇ, ਸ਼ਾਸਤਰ ਨੇ, ਸਿਮਰਤੀਆਂ ਨੇ, ਇਹ ਇਸ ਤਰ੍ਹਾਂ ਨੇ ਜਿਵੇਂ ਮਿੱਟੀ ਦੇ ਥੱਲੇ ਪਾਣੀ ਹੈ। ਇਹਨਾਂ ਦੇ ਵਿੱਚ ਗਿਆਨ ਤਾਂ ਹੈ, ਪਰ ਉਹ ਗਿਆਨ ਹਰ ਇੱਕ ਨੂੰ ਨਹੀਂ ਹੋ ਸਕਦਾ। ਉਹ ਗਿਆਨ ਐਸਾ ਹੈ, ਮਨੁੱਖ ਨੂੰ ਮੁਕਤ ਨਹੀਂ ਕਰ ਸਕਦਾ। ਵੇਦ ਕਤੇਬ ਸਿਮਰਤ ਸਭ ਸ਼ਾਸਤ, ਇਨ ਪੜ੍ਹਿਆ ਮੁਕਤ ਨਾ ਹੋਈ। ਸ਼ਾਸਤਰਾਂ ਨੂੰ ਪੜ੍ਹ ਲਵੇ, ਸਿਮਰਤੀਆਂ ਨੂੰ ਪੜ੍ਹ ਲਵੇ, ਵੇਦਾਂ ਨੂੰ ਪੜ੍ਹ ਲਵੇ, ਬੰਦਾ ਮੁਕਤ ਨਹੀਂ ਹੋ ਸਕਦਾ। ਗਿਆਨ ਹੋ ਸਕਦਾ। ਉਹ ਗਿਆਨ ਵੀ ਐਸਾ ਹੈ, ਮਨੁੱਖ ਕਰਮ ਕਾਂਡਾਂ ਦੇ ਵਿੱਚ ਹੀ ਪੈ ਜਾਂਦਾ ਹੈ, ਕਰਮ ਕਾਂਡਾਂ ਦੇ ਵਿੱਚ ਹੀ ਫਸ ਕੇ ਜ਼ਿੰਦਗੀ ਨੂੰ ਗਵਾ ਦਿੰਦਾ ਹੈ। ਇਸ ਲਈ ਇਹਨਾਂ ਕਰਮ ਕਾਂਡਾਂ ਦੇ ਵਿੱਚੋਂ, ਮਹਿਮਾ ਦੇ ਵਿੱਚੋਂ ਕੱਢਣ ਵਾਸਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬੱਦਲ ਦੀ ਤਰ੍ਹਾਂ ਹੋ ਕੇ ਸਾਰਿਆਂ ਤੇ ਨਾਮ ਦੀ ਵਰਖਾ ਕੀਤੀ ਹੈ। ਕੋਈ ਗਾਵੇ ਕੋ ਸੁਣੈ, ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ, ਅੰਤ ਪਰਮ ਗਤ ਪਾਏ। ਕੋਈ ਗਾ ਲਵੇ, ਕੋਈ ਸੁਣ ਲਵੇ। ਕੋਈ ਉੱਚੀ ਜਾਤ ਹੈ, ਕੋਈ ਨੀਵੀਂ ਹੈ, ਕੋਈ ਗਰੀਬ, ਕੋਈ ਅਮੀਰ, ਕੋਈ ਗਾ ਲਵੇ, ਕੋਈ ਸੁਣ ਲਵੇ। ਸ਼ੰਕਾ ਕਰਨ ਵਾਲੀ ਗੱਲ ਹੀ ਕੋਈ ਨਹੀਂ। ਜਿਸ ਨੇ ਵੀ ਗਾ ਲਿਆ, ਜਿਸ ਨੇ ਵੀ ਸੁਣ ਲਿਆ, ਉਸੇ ਨੂੰ ਮੁਕਤੀ ਮਿਲ ਜਾਂਦੀ ਹੈ, ਕੇਵਲ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਐਸੀ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਜੈਸੇ ਧਰਤੀ ਮੱਧੇ ਪਾਣੀ ਪਰਗਾਸਿਆ, ਬਿਨ ਪੱਗਾਂ ਵਰਸਤ ਫਿਰਾਹੀ। ਬਾਬਾ ਤੂੰ ਐਸੇ ਭਰਮ ਚੁਕਾਹੀ, ਜੋ ਕਿਛ ਕਰਤ ਹੈ ਸੋਈ ਕੋਈ ਹੈਰੇ, ਤੈਸੇ ਜਾਏ ਸਮਾਹੀ। ਸਤਿਗੁਰੂ ਜੀ ਕਹਿਣ ਲੱਗੇ, ਦੱਸੋ ਧਰਤੀ ਦੇ ਥੱਲੇ ਪਾਣੀ ਹੈ ਕਿ ਨਹੀਂ? ਕਹਿਣ ਲੱਗੇ, ਜੀ ਹੈ। ਕਹਿਣ ਲੱਗੇ, ਕੱਢਣਾ ਔਖਾ ਹੈ। ਉਸ ਪਾਣੀ ਤੱਕ ਪਹੁੰਚ ਕਰਨ ਵਾਸਤੇ ਮਨੁੱਖ ਨੂੰ ਕਈ ਸਮਾਂ ਲੱਗ ਜਾਂਦਾ, ਬਹੁਤ ਮਿਹਨਤ ਕਰਨੀ ਪੈਂਦੀ ਹੈ, ਮਜ਼ਦੂਰੀ ਕਰਨੀ ਪੈਂਦੀ ਹੈ। ਜਿਹਦੇ ਕੋਲ ਪੈਸਾ ਹੋਵੇ, ਤਾਕਤ ਹੋਵੇ, ਉਹੀ ਕੱਢ ਸਕਦਾ ਹੈ। ਗਰੀਬ ਤਾਂ ਉਹ ਵੀ ਨਹੀਂ ਕੱਢ ਸਕਦਾ। ਗਰੀਬ ਤਾਂ ਉਸ ਪਾਣੀ ਤੱਕ ਵੀ ਪਹੁੰਚ ਨਹੀਂ ਕਰ ਸਕਦਾ। ਪਰ ਮੀਂਹ ਦਾ ਪਾਣੀ ਸਾਰਿਆਂ ਦੇ ਲਈ ਇੱਕ ਬਰਾਬਰ ਵਰਖਾ ਕਰਦਾ। ਭਾਵੇਂ ਕੋਈ ਪਸ਼ੂ ਹੈ, ਪੰਛੀ ਹੈ, ਦਰਖਤ ਹੈ, ਉੱਚੀ ਥਾਂ ਹੈ, ਨੀਵੀਂ ਥਾਂ ਹੈ, ਸਾਰਿਆਂ ਤੇ ਇੱਕ ਬਰਾਬਰ ਵਰਖਾ ਕਰਦਾ। ਪਰ ਅੰਤਰ ਇਤਨਾ ਹੈ, ਟਿੱਬੇ ਦੇ ਉੱਤੇ ਪਾਣੀ ਠਹਿਰਦਾ ਨਹੀਂ, ਨੀਵੀਂ ਥਾਂ ਤੇ ਪਾਣੀ ਠਹਿਰ ਜਾਂਦਾ, ਰੁਕ ਜਾਂਦਾ। ਟਿੱਬੇ ਨੀਰ ਨਾ ਠਹਿਰੀ, ਘਨ ਵਰਸ ਗਿਓ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ। ਕਹਿਣ ਲੱਗੇ, ਮੀਂਹ ਤਾਂ ਪੈ ਗਿਆ, ਟਿੱਬੇ ਦੇ ਉੱਤੇ ਪਾਣੀ ਨਹੀਂ ਰੁਕਿਆ। ਹੁਣ ਜੋ ਟਿੱਬਾ ਰੋਸ਼ ਕਰਦਾ ਬੱਦਲ ਦੇ ਨਾਲ ਕਿ ਤੂੰ ਮੇਰੇ ਨਾਲ ਬੇਇਨਸਾਫੀ ਕਰਦਾ, ਤੇਰਾ ਜੋ ਪਾਣੀ ਹੈ, ਵਰਖਾ ਨੀਵੀਂ ਥਾਂ ਤੇ ਰੁਕ ਗਈ, ਮੇਰੇ ਉੱਤੇ ਕਿਉਂ ਨਹੀਂ ਰੁਕੀ?
ਪਰ ਭਾਈ ਗੁਰਦਾਸ ਜੀ ਕਹਿੰਦੇ ਮੀਂਹ ਦਾ ਤਾਂ ਕੋਈ ਦੋਸ਼ ਨਹੀਂ, ਦੋਸ਼ ਤਾਂ ਟਿੱਬੇ ਦਾ। ਉੱਚਾਪਣਾ ਛੱਡ ਕੇ ਨੀਵਾਂ ਹੋ ਜਾਵੇ, ਉੱਥੇ ਵੀ ਪਾਣੀ ਰੁਕ ਸਕਦਾ, ਉਸ ਨੂੰ ਵੀ ਪਾਣੀ ਦੀ ਪ੍ਰਾਪਤੀ ਹੋ ਸਕਦੀ ਹੈ। ਗੁਰੂ ਦਾ ਉਪਦੇਸ਼ ਤਾਂ ਸਾਰਿਆਂ ਦੇ ਲਈ ਸਾਂਝਾ ਸੀ, ਇੱਕ ਬਰਾਬਰ ਸੀ। ਪਰ ਜੋ ਹੰਕਾਰੀ ਲੋਕ, ਉਹਨਾਂ ਨੂੰ ਹੰਕਾਰ ਨੇ ਮਾਰ ਲਿਆ, ਗੁਰੂ ਦੇ ਉਪਦੇਸ਼ ਨੂੰ ਸਮਝ ਨਹੀਂ ਸਕੇ, ਗੁਰੂ ਦੇ ਉਪਦੇਸ਼ ਦੇ ਅਨੁਸਾਰ ਜ਼ਿੰਦਗੀ ਨੂੰ ਕਮਾ ਨਾ ਸਕੇ। ਐਸੇ ਮਹਾਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਜਦੋਂ ਸਿੰਘਾਸਨ ਦੇ ਉੱਤੇ ਬੈਠੇ, ਸਾਰਿਆਂ ਨੂੰ ਉਪਦੇਸ਼ ਦਿੱਤਾ, ਸੇਵਾ ਕਰੋ, ਸਿਮਰਨ ਕਰੋ, ਮਨੁੱਖਾ ਜਨਮ ਨੂੰ ਸੁਹੇਲਾ ਬਣਾ ਲਓ, ਸਫਲਾ ਕਰ ਲਓ। ਇੱਕ ਦਿਨ ਗੁਰਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ ਇਹ ਦੱਸੋ, ਸੰਸਾਰ ਦੀ ਸੇਵਾ ਕਰਨ ਨੂੰ ਦੇਵੀ ਦੇਵਤੇ ਵੀ ਨੇ, ਪੀਰ ਫਕੀਰ ਵੀ ਨੇ, ਮੜੀਆਂ ਮਸਾਣੀਆਂ ਨੇ, ਬਹੁਤ ਕੁਝ ਹੈ। ਤੁਸੀਂ ਜਦੋਂ ਵੀ ਗੱਲ ਕਰਦੇ ਇਹ ਕਹਿੰਦੇ ਹੋ ਕਿ ਪਰਮਾਤਮਾ ਦੀ ਸੇਵਾ ਕਰੋ, ਸੰਗਤ ਦੀ ਸੇਵਾ ਕਰੋ, ਤੀਜੇ ਦੀ ਕਿਸੇ ਦੀ ਸੇਵਾ ਨਹੀਂ ਕਰਨੀ, ਕਿਸੇ ਦੀ ਗੱਲ ਨਹੀਂ ਸੁਣਨੀ। ਦੱਸੋ ਸਾਨੂੰ, ਜੇਕਰ ਅਸੀਂ ਗੁਰੂ ਨੂੰ ਛੱਡ ਕੇ, ਗੁਰੂ ਦੀ ਸੰਗਤ ਨੂੰ, ਗੁਰੂ ਦੇ ਸਿੱਖਾਂ ਨੂੰ ਛੱਡ ਕੇ ਹੋਰ ਕਿਸੇ ਦੀ ਸੇਵਾ ਕਰੀਏ, ਕੁਝ ਮਿਲੇਗਾ ਕਿ ਕੁਝ ਨਹੀਂ ਮਿਲੇਗਾ? ਸਤਿਗੁਰਾਂ ਨੇ ਬਚਨ ਗੂਜਰੀ ਰਾਗ ਦੇ ਵਿੱਚ ਲਿਖੇ, ਅੰਕਿਤ ਕੀਤੇ। ਜਦੋਂ ਸਿੱਖਾਂ ਨੇ ਸਵਾਲ ਕੀਤਾ ਤਾਂ ਫਿਰ ਸਤਿਗੁਰਾਂ ਨੇ ਬਚਨ ਕੀਤਾ, ਹਰ ਕੀ ਤੁਮ ਸੇਵਾ ਕਰਹੁ, ਦੂਜੀ ਸੇਵਾ ਕਰਹੁ ਨਾ ਕੋਈ ਜੀ। ਹਰ ਕੀ ਸੇਵਾ ਤੇ ਮਨਹੁ ਚਿੰਦਿਆ ਫਲ ਪਾਈਐ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਕਹਿਣ ਲੱਗੇ ਭਾਈ ਅੰਤਰ ਇਤਨਾ ਹੈ, ਪਰਮਾਤਮਾ ਦੀ ਸੇਵਾ ਕਰੋਗੇ, ਜੋ ਮਨ ਦੀ ਇੱਛਾ ਪੂਰੀ ਹੋ ਜਾਵੇਗੀ, ਮਨ ਦੀ ਮੁਰਾਦ ਪੂਰੀ ਹੋਵੇਗੀ। ਪਰਮਾਤਮਾ ਅਕਾਲ ਪੁਰਖ ਨੂੰ ਛੱਡ ਕੇ ਹੋਰਾਂ ਦੀ ਸੇਵਾ ਕਰੋਗੇ, ਤੁਹਾਡੀ ਸੇਵਾ ਵੀ ਵਿਅਰਥ ਹੈ, ਜੀਵਨ ਵੀ ਵਿਅਰਥ ਹੈ, ਸਵਾਸ ਵੀ ਵਿਅਰਥ ਨੇ, ਦਸਾਂ ਨੋਹਾਂ ਦੀ ਮਜ਼ਦੂਰੀ ਮਿਹਨਤ ਜੋ ਉਹਨਾਂ ਨੂੰ ਚੜਾਈ ਉਹ ਵੀ ਵਿਅਰਥ। ਸਭ ਕੁਝ ਹੀ ਨਿਸਫਲ ਹੈ, ਸਭ ਕੁਝ ਹੀ ਵਿਅਰਥ ਹੈ। ਇਸ ਲਈ ਸਤਿਗੁਰਾਂ ਨੇ ਇਹੋ ਹੀ ਉਪਦੇਸ਼ ਦਿੱਤਾ, ਕਰ ਕਰ ਟਹਿਲ ਰਸਨਾ ਗੁਣ ਗਾਵੋ, ਚਰਨ ਠਾਕੁਰ ਕੈ ਮਾਰਗ ਧਾਵੋ। ਕਿ ਭਾਈ ਆਪਣੇ ਹੱਥਾਂ ਦੇ ਨਾਲ ਗੁਰੂ ਦੀ ਸੇਵਾ ਕਰੋ ਤੇ ਜ਼ੁਬਾਨ ਦੇ ਨਾਲ, ਜੀਭ ਦੇ ਨਾਲ ਸਿਮਰਨ ਕਰੋ। ਕਈ ਵਾਰ ਕੀ ਹੁੰਦਾ, ਬੰਦਾ ਹੱਥਾਂ ਦੇ ਨਾਲ ਤਾਂ ਸੇਵਾ ਕਰਦਾ ਹੁੰਦਾ, ਜੀਭ ਦੇ ਨਾਲ ਗੱਲਾਂ ਕਰਦਾ ਕਿ ਫਲਾਣਾ ਬੰਦਾ ਬੜਾ ਮਾੜਾ ਹੈ, ਉਸਨੇ ਬਹੁਤ ਮੰਦਾ ਕੰਮ ਕੀਤਾ, ਫਲਾਣਾ ਬੰਦਾ ਬੜਾ ਚੰਗਾ ਹੈ, ਉਸਨੇ ਬਹੁਤ ਨੇਕ ਚੰਗਾ ਕੰਮ ਕੀਤਾ। ਹੱਥਾਂ ਦੇ ਨਾਲ ਸੇਵਾ, ਜੀਭ ਦੇ ਨਾਲ ਕਿਸੇ ਦੀ ਵਡਿਆਈ, ਕਿਸੇ ਦੀ ਨਿੰਦਿਆ, ਇਹ ਕੰਮ ਕਰਦਾ। ਇਸ ਤਰ੍ਹਾਂ ਕੀਤੀ ਹੋਈ ਸੇਵਾ ਸਫਲੀ ਨਹੀਂ। ਸੇਵਾ ਕੀਤੀ ਹੋਈ ਤਾਂ ਸਫਲੀ ਹੈ। ਰਸਨਾ ਗੁਣ ਗਾਵੋ, ਰਸਨਾ ਜੀਭ ਦੇ ਨਾਲ ਗੁਣ ਗਾਵੇ, ਸਿਮਰਨ ਕਰੇ ਅਕਾਲ ਪੁਰਖ ਦਾ, ਭਾਵੇਂ ਵਾਹਿਗੁਰੂ ਵਾਹਿਗੁਰੂ ਬੋਲੇ, ਬਾਣੀ ਦਾ ਨਿਤਨੇਮ ਕਰੇ, ਹੱਥਾਂ ਦੇ ਨਾਲ ਸੇਵਾ ਕਰੇ, ਤਾਂ ਕੀਤੀ ਹੋਈ ਸੇਵਾ ਸਫਲੀ ਹੈ, ਪ੍ਰਵਾਨ ਹੈ। ਚਰਨ ਠਾਕੁਰ ਕੈ ਮਾਰਗ ਧਾਵੋ। ਮਨੁੱਖ ਆਪਣੇ ਪੈਰਾਂ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੇ ਰਸਤੇ ਦੇ ਉੱਤੇ ਚੱਲੇ। ਹੁਣ ਮਨੁੱਖ ਦੇ ਪੈਰ ਇੱਕ ਤਾਂ ਪ੍ਰਤੱਖ ਪੈਰ ਨੇ, ਜੋ ਆਪਾਂ ਨੂੰ ਸਰੀਰ ਦੇ ਨਾਲ ਲੱਗੇ ਹੋਏ ਨੇ, ਜਿਨ੍ਹਾਂ ਦੇ ਨਾਲ ਆਪਾਂ ਤੁਰਦੇ ਫਿਰਦੇ ਹਾਂ, ਦੌੜੇ ਫਿਰਦੇ ਹਾਂ, ਇੱਕ ਤਾਂ ਇਹ ਪੈਰ ਨੇ। ਇਹ ਗੁਰਬਾਣੀ ਨੇ, ਸਤਿਗੁਰਾਂ ਨੇ ਬਚਨ ਕੀਤੇ, ਸੁਰਤੀ ਕੈ ਮਾਰਗ ਚੱਲ ਕੈ, ਉਲਟੀ ਨਦਰ ਪ੍ਰਗਾਸੀ, ਮਨ ਵਿਚਾਰ ਦੇਖ ਬ੍ਰਹਮ ਗਿਆਨੀ, ਕੌਣ ਗਿਰਹੀ ਕੌਣ ਉਦਾਸੀ। ਕਹਿਣ ਲੱਗੇ ਆਪਣੀ ਸੁਰਤ ਨੂੰ ਬਣਾ ਤੂੰ, ਤੇਰੀ ਜੋ ਸੁਰਤ ਹੈ ਰਸਤਾ ਪਾਰ ਕਰੇ। ਤੇਰੀ ਸੁਰਤ ਇਹ ਸੰਸਾਰ ਦੇ ਜੰਜਾਲ ਦੇ ਵਿੱਚੋਂ, ਮੋਹ ਵਿਕਾਰ ਦੇ ਵਿੱਚੋਂ, ਵਿਸ਼ੇ ਵਿਕਾਰਾਂ ਦੇ ਵਿੱਚੋਂ ਨਿਕਲ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਲੀਨ ਹੋ ਜਾਵੇ, ਉਸ ਦੇ ਵਿੱਚ ਅਭੇਦ ਹੋ ਜਾਵੇ। ਇਸ ਲਈ ਸਤਿਗੁਰੂ ਧੰਨ ਸ੍ਰੀ ਗੁਰੂ ਅਮਰਦਾਸ ਜੀ ਨੇ ਬਚਨ ਕੀਤੇ, ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀ ਤੇਰੇ ਨਾਲੇ। ਸਾਥ ਤੇਰਾ ਚੱਲੈ ਨਾਹੀ, ਤਿਸ ਨਾਲ ਕਿਉ ਚਿਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ, ਹੋਵੈ ਤੇਰੇ ਨਾਲੇ। ਕਹਿ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ। ਕਿ ਮਨਾ ਪਿਆਰਿਆ ਤੂੰ ਸੱਚ ਨੂੰ ਯਾਦ ਕਰ, ਸੱਚ ਦੇ ਨਾਲ ਜੁੜ ਜਾ। ਐਸਾ ਕੰਮ ਮੂਲੇ ਨਾ ਕੀਚੈ, ਭੁੱਲ ਕੇ ਵੀ ਐਸਾ ਕੰਮ ਨਾ ਕਰ, ਜਿਤ ਅੰਤ ਪਛੋਤਾਈਐ, ਜਿਸ ਕੰਮ ਨੂੰ ਕਰਕੇ ਬਾਅਦ ਵਿੱਚ ਪਛਤਾਉਣਾ ਪਵੇ, ਘਾਟਾ ਪੈ ਜਾਵੇ, ਸਭ ਕੁਝ ਹੀ ਖਤਮ ਹੋ ਜਾਵੇ, ਬਰਬਾਦ ਹੋ ਜਾਵੇ। ਐਸਾ ਕੰਮ ਤੂੰ ਭੁੱਲ ਕੇ ਵੀ ਨਾ ਕਰ। ਐਸਾ ਕੰਮ ਕਰਨਾ ਦੂਰ ਦੀ ਗੱਲ, ਐਸੇ ਕੰਮ ਦੇ ਬਾਰੇ ਤੂੰ ਸੋਚ ਵੀ ਨਾ, ਖਿਆਲ ਵੀ ਨਾ ਕਰ। ਇਸ ਲਈ ਸਤਿਗੁਰੂ ਜੀ ਸਮਝਾ ਰਹੇ ਨੇ, ਚਰਨ ਠਾਕੁਰ ਕੈ ਮਾਰਗ ਧਾਵੋ। ਭਾਈ ਜਿੱਥੇ ਪ੍ਰਤੱਖ ਚਰਨਾਂ ਦੇ ਨਾਲ, ਪੈਰਾਂ ਦੇ ਨਾਲ ਚੱਲ ਕੇ ਗੁਰੂ ਦੀ ਸ਼ਰਨ ਵਿੱਚ ਆਉਣਾ ਹੈ, ਉੱਥੇ ਧਿਆਨ ਰੂਪੀ, ਸੁਰਤੀ ਰੂਪੀ ਚਰਨਾਂ ਦੇ ਨਾਲ ਚੱਲ ਕੇ, ਜਾਂ ਮਨ ਰੂਪੀ ਪੈਰਾਂ ਦੇ ਨਾਲ ਚੱਲ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਲੀਨ ਹੋਣਾ ਹੈ।
ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ, ਉਸ ਅਕਾਲ ਪੁਰਖ ਦਾ ਜੋ ਧਿਆਨ ਹੈ ਉਹ ਆਪਣੇ ਹਿਰਦੇ ਦੇ ਵਿੱਚ ਟਿਕਾਉਣਾ ਹੈ। ਭਲੋ ਸਮੋ ਸਿਮਰਨ ਕੀ ਬਰੀਆ, ਸਿਮਰਤ ਨਾਮ ਭੈ ਪਾਰ ਉਤਰੀਆ। ਜੋ ਇਹ ਸਮਾਂ ਹੈ ਸਿਮਰਨ ਕਰਨ ਵਾਸਤੇ ਬਹੁਤ ਹੀ ਚੰਗਾ ਹੈ, ਸਾਰ ਸ੍ਰੇਸ਼ਟ ਸਮਾਂ ਹੈ ਸਿਮਰਨ ਕਰਨ ਵਾਸਤੇ। ਪੁਰਾਤਨ ਪਹਿਲੇ ਸਮੇਂ ਸਨ, ਜੁਗੋ ਜੁਗ ਆਪੋ ਆਪਣਾ ਧਰਮ ਹੈ, ਸੋ ਦੇਖੋ ਵੇਦ ਪੁਰਾਣਾ। ਸਤ ਜੁਗ ਸਤ, ਤੇਤਾ ਜੱਗੀ, ਦੁਆਪਰ ਪੂਜਾ ਚਾਰ। ਤੀਨੋਂ ਜੁਗ ਤੀਨੋਂ ਦਿੜੇ, ਕਲ ਕੇਵਲ ਨਾਮ ਆਧਾਰ। ਤਿੰਨ ਯੁੱਗ ਸਨ ਚਲੇ ਗਏ, ਸਤ ਯੁਗ, ਤ੍ਰੇਤਾ, ਦੁਆਪਰ। ਲੋਕ ਪੂਜਾ ਕਰਦੇ ਸਨ, ਲੋਕ ਜਗ ਕਰਦੇ ਸਨ, ਲੋਕ ਦਾਨ ਪੁੰਨ ਕਰਦੇ ਸਨ। ਸਮਾਂ ਸੀ ਉਹਨਾਂ ਦਾ, ਧਰਮ ਸੀ ਯੁਗਾਂ ਦਾ। ਯੁੱਗ ਵੀ ਚਲੇ ਗਏ, ਉਹਨਾਂ ਦੀ ਮਰਿਆਦਾ ਵੀ ਨਾਲ ਹੀ ਚਲੇ ਗਈ। ਹੁਣ ਇਹ ਕਲਯੁਗ ਦਾ ਸਮਾਂ, ਇਸ ਕਲਯੁਗ ਦੇ ਸਮੇਂ ਦੇ ਵਿੱਚ ਇਸ ਦਾ ਆਪਣਾ ਰਾਜ ਹੈ, ਇਸ ਧਰਮ ਦੀ ਆਪਣੀ ਮਰਿਆਦਾ ਹੈ। ਇਸ ਕਲਯੁਗ ਦੇ ਧਰਮ ਦੀ ਮਰਿਆਦਾ, ਇਸ ਦਾ ਰਾਜ ਸਤਿਗੁਰਾਂ ਨੇ ਜ਼ਿਕਰ ਕੀਤਾ। ਅਬ ਕੱਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਅਨਰੁੱਤ ਨਾਹੀ ਨਾਹੀ, ਮਤ ਭਰਮ ਭੁੱਲੋ ਭੁੱਲੋ। ਕਿ ਮਤਾਂ ਭਰਮ ਦੇ ਵਿੱਚ ਪੈ ਕੇ ਭੁੱਲ ਜਾਇਓ। ਕੋ ਰੁੱਤਾ ਬੀਜ ਬੀਜੇ ਨਹੀਂ ਜੰਮੈ, ਸਭ ਲਾਹਾ ਮੂਲ ਗਵਾਏ ਦਾ। ਕਹਿਣ ਲੱਗੇ ਹੁਣ ਭਾਈ ਰੁੱਤ ਆਈ ਹੈ ਸੱਚੇ ਨਾਮ ਦੀ, ਇੱਕ ਨਾਮ ਬੋਵੋ ਬੋਵੋ, ਇੱਕ ਨਾਮ ਰੂਪੀ ਬੀਜ ਨੂੰ ਬੀਜ ਲੈ। ਕਹਿਣ ਲੱਗੇ ਹੁਣ ਰੁੱਤ ਹੈ, ਹੁਣ ਸਭ ਕੁਝ ਹੈ। ਜੇਕਰ ਰੁੱਤ ਚਲੇ ਗਈ ਹੈ, ਰੁੱਤ ਮਿਲੀ ਹੈ ਮਨੁੱਖਾ ਸਰੀਰ ਦੀ, ਜੇ ਮਨੁੱਖਾ ਸਰੀਰ ਚਲਾ ਗਿਆ ਦੁਬਾਰਾ ਫਿਰ ਰੁੱਤ ਨਹੀਂ ਮਿਲੇਗੀ ਬੀਜ ਬੀਜਣ ਦੀ, ਸਿਮਰਨ ਕਰਨ ਦੀ ਦੁਬਾਰਾ ਵਾਰੀ ਨਹੀਂ ਮਿਲੇਗੀ। ਟੇਢੀਆਂ ਮੇਢੀਆਂ ਜੂਨਾਂ ਵਿੱਚ ਕਿੱਥੇ ਸਿਮਰਨ ਹੁੰਦਾ, ਕਿੱਥੇ ਸੇਵਾ ਹੁੰਦੀ ਹੈ? ਕਦੇ ਵੇਖਿਆ ਕਿਸੇ ਨੇ? ਗੁਰੂ ਦੀ ਸੰਗਤ ਵਿੱਚ ਕੇਵਲ ਮਨੁੱਖ ਹੀ ਆ ਕੇ ਬੈਠਦੇ ਨੇ, ਭਾਵੇਂ ਇਸਤਰੀਆਂ ਨੇ, ਪਰ ਨਾ ਕਦੇ ਅੱਜ ਤੱਕ ਕਿਸੇ ਨੇ ਪੰਛੀ ਨੂੰ ਗੁਰੂ ਦੀ ਸੰਗਤ ਵਿੱਚ ਆਉਂਦੇ ਦੇਖਿਆ ਸੇਵਾ ਕਰਦੇ, ਨਾ ਕਿਸੇ ਨੇ ਜਾਨਵਰ ਨੂੰ, ਕਿਸੇ ਨੇ ਵੀ ਨਹੀਂ। ਕਿਉਂਕਿ ਇਹ ਜੋ ਸਮਾਂ ਹੈ ਕੇਵਲ ਇੱਕ ਮਨੁੱਖ ਨੂੰ ਹੀ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕਰਕੇ ਦਿੱਤਾ ਹੈ। ਭਲੋ ਸਮੋ ਸਿਮਰਨ ਕੀ ਬਰੀਆ, ਸਿਮਰਤ ਨਾਮ ਪੈ ਪਾਰ ਉਤਰੀਆ। ਭਾਈ ਇਹ ਸਮਾਂ ਹੈ ਸਿਮਰਨ ਕਰਨ ਦੀ, ਇਹ ਵਾਰੀ ਹੈ ਜੋ ਮਨੁੱਖਾ ਸਰੀਰ ਮਿਲਿਆ ਪਰਮਾਤਮਾ ਨੇ ਦਿੱਤਾ ਹੈ। ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਦੇ ਨਾਲ ਭੈ ਪਾਰ ਉਤਰੀਆ। ਜੋ ਇਹ ਭੈਦਾਇਕ ਸੰਸਾਰ ਸਮੁੰਦਰ ਹੈ, ਇਸ ਤੋਂ ਪਾਰ ਹੋਈਦਾ, ਪਾਰ ਉਤਰੀਦਾ ਹੈ। ਰਹਾਉ ਨੇਤਰ ਸੰਤਨ ਕਾ ਦਰਸ਼ਨ ਪੇਖ, ਪ੍ਰਭ ਅਬਨਾਸੀ ਮਨ ਮਹਿ ਲੇਖ। ਵਿਸਰਾਮ ਦੇ ਕੇ ਸਤਿਗੁਰੂ ਜੀ ਸਮਝਾ ਰਹੇ ਨੇ ਕਿ ਭਾਈ ਆਪਣੀਆਂ ਅੱਖਾਂ ਦੇ ਨਾਲ ਗੁਰੂ ਦੇ ਪਿਆਰਿਆਂ ਦੇ ਦਰਸ਼ਨ ਕਰੋ, ਅੱਖਾਂ ਸਫਲੀਆਂ ਹੋਣਗੀਆਂ। ਤੇ ਉਸ ਪਰਮਾਤਮਾ ਵਾਹਿਗੁਰੂ ਅਬਨਾਸੀ ਦਾ ਜੋ ਵਡਿਆਈ ਜਸ ਹੈ ਉਹ ਆਪਣੇ ਮਨ ਦੇ ਵਿੱਚ ਲਿਖ ਲੈਣਾ ਕਰੋ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਇਹਨਾਂ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਆ। ਸਿੱਖਾਂ ਨੇ ਪੁੱਛਿਆ ਸਤਿਗੁਰੂ ਜੀ, ਜੋ ਤੁਸੀਂ ਸਾਨੂੰ ਉਪਦੇਸ਼ ਦਿੰਦੇ ਹੋ ਹਰ ਰੋਜ਼, ਥੋੜ੍ਹਾ ਜਿਹਾ ਹੌਲੀ ਹੌਲੀ ਦੱਸਿਆ ਕਰੋ, ਰੁਕ ਰੁਕ ਕੇ ਦੱਸਿਆ ਕਰੋ। ਸਤਿਗੁਰੂ ਜੀ ਕਹਿਣ ਲੱਗੇ ਕੀ ਗੱਲ? ਸਿੱਖ ਕਹਿਣ ਲੱਗੇ ਸਤਿਗੁਰੂ ਜੀ ਅਸੀਂ ਕਾਗਜ਼ ਉੱਤੇ ਲਿਖ ਲਿਆ ਕਰਾਂਗੇ, ਤਾਂ ਕਿ ਜੋ ਤੁਸੀਂ ਉਪਦੇਸ਼ ਦਿੰਦੇ ਹੋ ਕਾਗਜ਼ ਉੱਤੇ ਲਿਖ ਲਿਆ ਕਰਾਂਗੇ, ਸਾਨੂੰ ਯਾਦ ਰਹਿ ਜਾਇਆ ਕਰੇਗਾ ਕਿ ਅੱਜ ਸਾਨੂੰ ਗੁਰੂ ਨੇ ਇਹ ਉਪਦੇਸ਼ ਦਿੱਤਾ, ਕੱਲ ਇਹ ਦਿੱਤਾ, ਪਰਸੋਂ ਇਹ ਦਿੱਤਾ, ਸੀ ਯਾਦ ਰਹਿ ਜਾਇਆ ਕਰੇਗਾ। ਇਸ ਤਰ੍ਹਾਂ ਸਾਨੂੰ ਯਾਦ ਨਹੀਂ ਰਹਿੰਦਾ, ਸਾਨੂੰ ਭੁੱਲ ਜਾਂਦਾ ਹੈ। ਉਸ ਸਮੇਂ ਸਤਿਗੁਰਾਂ ਨੇ ਬਚਨ ਕੀਤੇ, ਕਲੋ ਮਸਾਜਨੀ ਕਿਆ ਸਦਾਈਆ, ਹਿਰਦੈ ਹੀ ਲਿਖ ਲੇਹੋ। ਕਲੋ ਮਸਾਜਨੀ ਜਾਏ ਸੀ, ਲਿਖਿਆ ਪੀ ਨਾਲੇ ਜਾਏ, ਨਾਨਕ ਸਹਿ ਪ੍ਰੀਤ ਨਾ ਜਾਏ ਸੀ, ਜੋ ਤੁਰ ਛੋਡੀ ਸੱਚੈ ਪਾਏ। ਕਹਿਣ ਲੱਗੇ ਭਾਈ ਜੋ ਕਲਮ ਹੈ ਉਸ ਨੇ ਵੀ ਖਤਮ ਹੋ ਜਾਣਾ ਹੈ। ਕਿੰਨਾ ਚਿਰ ਲਿਖੋਗੇ, ਘਸ ਜੇਗੀ, ਹੋਰ ਨਵੀਂ ਲੈ ਕੇ ਆਓਗੇ, ਨਵੀਂ ਲੱਭਦੇ ਫਿਰੋਗੇ। ਕਾਗਜ਼ ਹੈ, ਕਾਗਜ਼ ਵੀ ਮੁੱਕ ਜਾਏਗਾ, ਕਾਗਜ਼ ਨੇ ਵੀ ਇੱਕ ਦਿਨ ਖਤਮ ਹੋ ਜਾਣਾ ਹੈ। ਕਿਉਂਕਿ ਪਰਮਾਤਮਾ ਵਾਹਿਗੁਰੂ ਦੀ ਵਡਿਆਈ ਐਸੀ ਹੈ, ਕਬੀਰ ਸਾਤ ਸਮੁੰਦ ਹੈ ਮਸ ਕਰੋ, ਕਲਮ ਕਰੋ ਬਨ ਰਾਏ, ਬਸਦਾ ਕਾਗਜ਼ ਜੋ ਕਰੋ, ਹਰ ਜਸ ਲਿਖਨ ਨਾ ਜਾਏ। ਨਹੀਂ ਲਿਖ ਸਕਦੇ ਉਸ ਦੀ ਵਡਿਆਈ ਨੂੰ, ਉਸ ਦੇ ਨਾਮ ਨੂੰ, ਉਸ ਦੇ ਜਸ ਨੂੰ। ਇਸ ਲਈ ਬਚਨ ਕੀਤਾ ਕਿ ਪ੍ਰਭ ਅਬਨਾਸੀ ਮਨ ਮੈਂ ਲੇਖ। ਜੋ ਪਰਮਾਤਮਾ ਵਾਹਿਗੁਰੂ ਦੀ ਵਡਿਆਈ ਹੈ ਉਸ ਨੂੰ ਭਾਈ ਆਪਣੇ ਹਿਰਦੇ ਵਿੱਚ ਲਿਖ ਲਿਓ। ਜਿਨ੍ਹਾਂ ਨੇ ਹਿਰਦੇ ਦੇ ਵਿੱਚ ਲਿਖ ਲਈ, ਇਹ ਵਡਿਆਈ, ਇਹ ਪ੍ਰੀਤ ਧੁਰ ਤੱਕ ਨਿਭਦੀ ਹੈ, ਇਸ ਨੂੰ ਕੋਈ ਖਤਮ ਨਹੀਂ ਕਰ ਸਕਦਾ, ਕੋਈ ਮਿਟਾ ਨਹੀਂ ਸਕਦਾ। ਪ੍ਰਭ ਅਬਨਾਸੀ ਮਨ ਮਹਿ ਲੇਖ, ਸੁਣ ਕੀਰਤਨ ਸਾਧ ਪਹਿ ਜਾਏ, ਜਨਮ ਮਰਨ ਕੀ ਤਰਾਸ ਮਿਟਾਏ। ਸਾਧ ਤੋਂ ਭਾਵ ਗੁਰੂ ਦੇ ਕੋਲ ਆ ਕੇ, ਗੁਰੂ ਦੀ ਸੰਗਤ ਵਿੱਚ ਬੈਠ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਕੀਰਤਨ ਤੋਂ ਭਾਵ ਕੀਰਤੀ ਨੂੰ, ਵਡਿਆਈ ਨੂੰ ਸੁਣੋ, ਨਾਮ ਨੂੰ ਸੁਣੋ। ਨਾਮ ਵਡਿਆਈ ਨੂੰ ਸੁਣਨ ਦੇ ਨਾਲ ਜਨਮ ਤੇ ਮੌਤ ਦਾ ਜੋ ਦੁੱਖ ਹੈ, ਡਰ ਹੈ, ਇਹ ਖਤਮ ਹੋ ਜਾਂਦਾ, ਮਿਟ ਜਾਂਦਾ ਹੈ।
ਚਰਨ ਕਮਲ ਠਾਕੁਰ ਉਰ ਧਾਰ, ਦੁਲੱਭ ਦੇਹ ਨਾਨਕ ਨਿਸਤਾਰ। ਭਾਈਏ ਦੁਰਲੱਭ ਦੇਹ ਦੁਰਲੱਭ ਸਰੀਰ ਮਿਲਿਆ। ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਟਿਕਾ ਕੇ ਇਹ ਸਰੀਰ ਦਾ ਭਲਾ ਕਰ ਲੈ। ਨਿਸ ਕਹਿੰਦੇ ਨੇ ਹਨੇਰੇ ਨੂੰ, ਹਨੇਰਾ ਵਿਦਿਆ ਅਗਿਆਨਤਾ ਦਾ। ਇਸ ਅਗਿਆਨਤਾ ਵਿਦਿਆ ਦੇ ਹਨੇਰੇ ਦੇ ਵਿੱਚੋਂ ਮਨੁੱਖ ਤੂੰ ਤਾਂ ਨਿਕਲ ਸਕਦਾ, ਤਾਂ ਪਾਰ ਹੋ ਸਕਦਾ, ਜੇਕਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਟਿਕਾਵੇਂਗਾ, ਹਿਰਦੇ ਵਿੱਚ ਵਸਾਵੇਂਗਾ। ਸਾਹਿਬ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ, ਜਿਨ੍ਹਾਂ ਦਾ ਪਹਿਲਾ ਜ਼ਿੰਦਗੀ ਦਾ ਜੋ ਸਮਾਂ ਅਗਿਆਨਤਾ ਦੇ ਅਵਿਦਿਆ ਦੇ ਹਨੇਰੇ ਦੇ ਵਿੱਚ ਨਿਕਲਿਆ, ਜਦੋਂ ਪੂਰੇ ਗੁਰੂ ਦੀ ਸਰਣ ਵਿੱਚ ਆਏ, ਕੇਵਲ ਇੱਕ ਵਾਰ ਹੀ ਗੁਰੂ ਦੀ ਪਰਖ ਕੀਤੀ ਕਿ ਪੂਰਾ ਹੈ ਕਿ ਅਧੂਰਾ ਹੈ। ਜਦੋਂ ਇੱਕ ਵਾਰ ਪਰਖ ਕੀਤੀ, ਸਮਝ ਆ ਗਈ ਕਿ ਪੂਰਾ ਹੈ, ਫਿਰ ਗੁਰੂ ਵਾਲੇ ਬਣ ਕੇ ਕਦੇ ਮਨ ਦੇ ਵਿੱਚ ਸ਼ੰਕਾ ਨਹੀਂ, ਕਿਸੇ ਤਰ੍ਹਾਂ ਦੀ ਕਿੰਤੂ ਪਰੰਤੂ ਨਹੀਂ। ਗੁਰੂ ਦੀ ਸੇਵਾ ਕੀਤੀ, ਐਸੀ ਸੇਵਾ ਕੀਤੀ ਗੁਰੂ ਨੂੰ ਪ੍ਰਸੰਨ ਕਰਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਤਾ ਗੱਦੀ ਦੇ ਮਾਲਕ ਬਣ ਗਏ, ਵਾਰਸ ਬਣ ਗਏ। ਤੇ ਐਸੇ ਸਤਿਗੁਰਾਂ ਦਾ ਅੱਜ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਜਿਨ੍ਹਾਂ ਸਤਿਗੁਰਾਂ ਦੇ ਬਾਰੇ ਬਚਨ ਕੀਤੇ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਗੁਰ ਅਮਰਦਾਸ ਕੀ ਇਕੱਥ ਕਥਾ ਹੈ, ਇੱਕ ਜਿਹੀ ਕਛ ਕਹੀ ਨਾ ਜਾਈ। ਸਾਡੀ ਇੱਕ ਜੀਭ ਹੈ, ਗੁਰੂ ਦੇ ਬੇਅੰਤ ਗੁਣ ਨੇ, ਨਹੀਂ ਦੱਸੇ ਸਕਦੇ, ਨਹੀਂ ਅੰਤ ਪਾ ਸਕਦੇ। ਸੋ ਐਸੇ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ, ਮੁਬਾਰਕਾਂ ਹੋਣ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ, ਅੱਗੇ ਲਈ ਸਮੱਤ ਬਖਸ਼ਣੀ। ਦੇਹੋ ਸੱਜਣ ਆਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਚਰਨ ਕਮਲ ਠਾਕੁਰ ਉਰ ਧਾਰ, ਦੁਲੱਭ ਦੇਹ ਨਾਨਕ ਨਿਸਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।